ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਗੋਦ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਸੰਗਤ ਰੂਪ ਵਿੱਚ ਆਪ ਜੀ ਜੁੜ ਬੈਠੇ ਹੋ। ਸਤਿਗੁਰਾਂ ਦੀ ਦਇਆ ਨਾਲ ਸੁਭਾਗੜਾ ਸਮਾਂ ਪ੍ਰਾਪਤ ਹੋਇਆ ਹੈ। आओ इस वक्त की सांझ पाइए। गुरु पातशाह जी के वरताए हुए पावन जीवन चोजां दे विचों सुल्तानपुर की पावन धरती का वाकया आप जी ने सरवण किया। जगत गुरु गुरु नानक साहब जिन्हों समय का नवाब आखता है, तुसी मेरे हुक्मां दा उल्लंघन कीता है, इस करके तुहानू ये सजा है। अज जुमे की नमाज तुहानू साडे नाल अदा करनी पैनी। सतगुर जी प्रसन्न चित कहंदे ठीक है चलांगे। जयराम जी सुन के बड़े दुखी हुए। सारे नगर में रौला पै गया। लोग तमाशा वेखण वास्ते मसीत के आसे पासे बैठे हो गए। जयराम उस वक्त नूं पछताउंदे ने, मैं किस वास्ते गुरु नानक साहब जी नूं नवाब कोल लैके आया भी चलो 760 रुपया का हिसाब होएगा, इत्थे ते कुछ होर हो गया। सतगुरां दे माता पिता सौरा साहब जब उन्होंने पता लगना है भी गुरु नानक साहब जी का धर्म तबादला किया गया, नवाब ने उन्होंने जबरी इस्लाम च लै आंदा ते मेरे प्रति की सोच होएगी, किदां दे ख्याल होणगे। सोच सोच रोंदे ने। बेबे नानकी जी आखण लगे तुसीं चिंता ना करो। फिर की होया जे नवाब उन्होंने नमाज पढ़न वास्ते लेके चले। मेरा वीर कोई व्यक्ति नहीं है, संसारी मनुख नहीं है। उस सृष्टि चलाउण वाले ने देवी देवते भूत प्रेत पैगंबर औलिए अवतार करोड़ां ब्रह्मंडां दे आप मालिक ने। सारी सृष्टि उन्हां दे हुक्म विच चलदी है। नवाब उन्हां सामने की चीज है। जयराम जी सुन सुन के भी दिलासा नहीं रख पा रहे, अंदरों अंदर घबरा रहे ने। इन्हां सारे प्रकरणां नूं आप जी ने कल दे दीवाना विच सरवण कीता। आओ कुछ समा मन के व्यक्तियां नूं एकाग्रचित बनाइए। पाओ प्रेम दी सांझ। असीस बख्शो गज बज के आखो जी सतनाम श्री वाहिगुरु साहिब जी। सतनाम श्री इसकी चिंता चीत रतीक न कीजिए। लजत तिन को कर सो आए लखीजिए। गुरु नानक साहब जी दे परम मित्र भाई बाला जी, दूजे पातशाह गुरु अंगद देव महाराज जिन्हां दा अज पावन पुरब है, उन्हां दे ताई संगत विच बैठ के खडूर साहब की धरती ते ये पावन कथा सुना रहे। आखण लगे पातशाह जी, जदों गुरु नानक साहब महाराज नवाब दे नाल चल पए ने पैदल, नवाब घोड़े ते है, गुरु साहब पैदल चले आ मस्जिद की तरफ, जिथे सारे पिंड विच हाहाकार मचिया होया है भी ये ते जबरी है, जुल्म है। उथे जयराम घर विच वड़ के कल्ले दुखी हो रो रहे ने।
ਸਤਿਗੁਰਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਆਪਣੇ ਪਤੀ ਜੈ ਰਾਮ ਨੂੰ ਧਰਵਾਸਾ ਦਿੰਦੇ ਨੇ, ਕਹਿੰਦੇ ਮੇਰੇ ਵੀਰ ਨੂੰ ਕੋਈ ਬਦਲ ਨਹੀਂ ਸਕਦਾ, ਝੁਕਾ ਨਹੀਂ ਸਕਦਾ ਇਸ ਦੁਨੀਆ ਤੇ ਰੰਚਕ ਮਾਤਰ ਵੀ ਮਨ ਵਿੱਚ ਤੁਸੀਂ ਭਰਮ ਨਾ ਰੱਖੋ। ਜੇ ਮੇਰਾ ਭਰਾ, ਮੇਰਾ ਵੀਰ, ਮੇਰਾ ਭਰਾਤਾ ਕੋਈ ਸੰਸਾਰੀ ਵਿਅਕਤੀ ਹੁੰਦਾ ਤੇ ਮੈਨੂੰ ਗਮ ਹੁੰਦਾ ਵੀ ਉਹਨੂੰ ਕੋਈ ਬਦਲ ਸਕਦਾ ਹੈ। ਜੋ ਆਪ ਸ੍ਰਿਸ਼ਟੀ ਬਦਲਣ ਵਾਲਾ ਹੈ, ਆਪ ਦੁਨੀਆ ਸਾਜਣ ਵਾਲਾ ਹੈ ਤੇ ਜਗ ਨੂੰ ਸਾਜ ਕੇ ਨਾਸ ਕਰਦਾ ਹੈ, ਉਹਨੂੰ ਬਦਲਣ ਵਾਲਾ ਨਵਾਬ ਕੌਣ ਹੈ? ਮੇਰੀ ਮੰਨੋ, ਹੌਸਲਾ ਰੱਖੋ। ਸੂਈ ਦੇ ਨੱਕੇ ਜਿੰਨੀ ਵੀ ਚਿੰਤਾ ਇਸ ਗੱਲ ਤੇ ਤੁਹਾਨੂੰ ਕਰਨੀ ਨਹੀਂ ਚਾਹੀਦੀ। ਤੁਮ ਹਵੈ ਸੰਗ ਆਨੰਦ ਰਸੋਈ ਖਾਈਏ, ਹੋ ਨਹੀਂ ਹਿਰਦੈ ਪ੍ਰਤੀਤ ਤਾਂ ਵਿਪਰ ਪਠਾਈਏ। ਬੇਬੇ ਨਾਨਕੀ ਹੱਸ ਕੇ ਆਖਣ ਲੱਗੇ, ਕਹਿੰਦੇ ਆਹ ਕੋਈ ਵੇਲਾ ਚਿੰਤਾ ਕਰਨ ਦਾ ਥੋੜੀ ਹੈ, ਆਓ ਰਸੋਈ ਵਿੱਚ ਭੋਜਨ ਛਕੋ ਅੱਜ ਦੀ। ਚਿੰਤਾ ਕਰਿਆ ਤੋਂ ਸਿਹਤ ਨਹੀਂ ਬਣਨੀ, ਭੋਜਨ ਛਕਿਆ ਤੋਂ ਬਣਨੀ ਹੈ। ਹੱਸ ਕੇ ਕਹਿੰਦੇ ਆਓ ਰੋਟੀ ਖਾਓ, ਭੋਜਨ ਛਕੋ। ਜੇ ਫੇਰ ਵੀ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਾ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਅਤਿਆਚਾਰ ਹੋ ਰਿਹਾ ਹੈ, ਜ਼ੁਲਮ ਹੋ ਰਿਹਾ ਹੈ, ਨਵਾਬ ਗਲਤ ਕਰਦਾ ਹੈ, ਤੁਸੀਂ ਏਦਾਂ ਕਰੋ, ਆਪ ਤੇ ਕੀ ਜਾਣਾ ਹੈ, ਪ੍ਰੋਹਤ ਨਿੱਦੇ ਨੂੰ ਭੇਜ ਦਿਓ। ਜੋ ਇਹਨਾਂ ਦੀ ਕੁੱਲ ਦਾ ਪ੍ਰੋਹਤ ਹੈ ਜੈ ਰਾਮ ਜੀ, ਪੰਡਤ ਨਿੱਦਾ, ਵੀ ਇਹ ਸਾਰਾ ਦ੍ਰਿਸ਼ ਵੇਖ ਕੇ ਆਊਗਾ, ਸਭ ਤੋਂ ਪਹਿਲਾਂ ਕਿ ਤੁਹਾਨੂੰ ਦੱਸ ਦੇਗਾ ਉੱਥੇ ਕੀ ਹੋਇਆ। ਬਾਕੀ ਰਹੀ ਗੱਲ, ਮੈਨੂੰ ਆਪਣੇ ਵੀਰ ਭਰਾ ਤੇ ਪੂਰਨ ਰੱਬ ਤੋਂ ਵੱਧ ਭਰੋਸਾ ਹੈ, ਬਹੁਤ ਜ਼ਿਆਦਾ ਵਿਸ਼ਵਾਸ ਹੈ। ਜੋ ਦੁਨੀਆ ਚਾਹੁੰਦੀ ਹੈ ਹਰਗਿਜ਼ ਉਹ ਕਦੇ ਨਹੀਂ ਹੋਣ ਦੇਣਗੇ। ਇਹ ਸਮੇਂ ਦੇ ਨਵਾਬ ਦਾ ਭਰਮ ਹੈ, ਉਸ ਭਰਮ ਦੇ ਵਿੱਚ ਤੁਸੀਂ ਵੀ ਪੈ ਗਏ ਜੋ ਸ਼ੰਕਾ ਕਰਕੇ ਬੈਠੇ ਹੋ। ਭੇਜਿਓ ਨਿੱਦਾ ਦੂਤ ਮਸੀਤੈ ਦਿਸ਼ ਗਇਓ, ਧੀਰ ਭੂਰ ਪਰ ਰਹੀ ਸਥਾਨ ਨਾ ਤੈ ਰਹਿਓ। ਜੈ ਰਾਮ ਜੀ ਆਖਣ ਲੱਗੇ ਆਪਣੀ ਧਰਮ ਪਤਨੀ ਨੂੰ, ਕਹਿੰਦੇ ਨਿੱਦੇ ਪ੍ਰੋਹਤ ਨੂੰ ਭੇਜ ਕੇ ਕੀ ਹੋਣਾ? ਜੇ ਨਵਾਬ ਇਹ ਠਾਣੀ ਬੈਠਾ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਧਰਮ ਬਦਲੂ ਤੇ ਪੰਡਤ ਕੀ ਕਰੂਗਾ? ਇਹ ਚਿੰਤਾ ਦਾ ਵੇਗ ਹੈ। ਚਿੰਤਾ ਦੇ ਵਿੱਚ ਬੰਦੇ ਨੂੰ ਹਰ ਚੀਜ਼ ਲੱਗਦੀ, ਮੇਰਾ ਕੁਝ ਨਹੀਂ ਸਵਾਰ ਸਕਦੀ, ਮੇਰਾ ਕੁਝ ਹੋ ਨਹੀਂ ਸਕਦਾ। ਆਖਰਕਾਰ ਬੇਬੇ ਨਾਨਕੀ ਜੀ ਆਖਣ ਲੱਗੇ ਨਿੱਦੇ ਪ੍ਰੋਹਤ ਨੂੰ, ਕਹਿੰਦੇ ਪ੍ਰੋਹਤ ਜੀ ਤੁਸੀਂ ਜਾਓ, ਉੱਥੋਂ ਦੀ ਸੂਹ ਲੈ ਕੇ ਆਓ, ਖਬਰ ਲੈ ਕੇ ਆਓ ਮਸਜਿਦ ਵਿੱਚ ਕੀ ਹੋ ਰਿਹਾ ਹੈ। ਸਤ ਬਚਨ ਕਹਿ ਕੇ ਨਿੱਦਾ ਪ੍ਰੋਹਤ ਆਏ ਆ। ਜਿਸ ਮਸਜਿਦ ਵਿੱਚ ਬਹੁਤ ਭੀੜ ਲੱਗੀ, ਕਿਉਂਕਿ ਮਸਜਿਦ ਦੇ ਅੰਦਰ ਕਿਸੇ ਨੂੰ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਂਦਾ। ਇਸਲਾਮ ਦੀ ਰਵਾਇਤ ਹੈ, ਉਹਨਾਂ ਦੇ ਧਾਰਮਿਕ ਸਥਾਲੇ ਅੰਦਰ ਗੈਰ ਮੁਸਲਿਮ ਕਦੇ ਵੀ ਨਹੀਂ ਜਾ ਸਕਦਾ। ਜਿਵੇਂ ਹਿੰਦੂਆਂ ਦੇ ਮੰਦਰਾਂ ਵਿੱਚ ਮੁਸਲਮਾਨ ਨਹੀਂ ਜਾ ਸਕਦੇ, ਮੁਸਲਮਾਨ ਵੀਰਾਂ ਦੀ ਮਸਜਿਦ ਵਿੱਚ ਕੋਈ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ, ਨਵਾਜ਼ ਵੇਲੇ ਕੋਈ ਐਂਟਰੀ ਨਹੀਂ ਹੈ। ਜਿਸ ਵੇਲੇ ਨਿੱਦਾ ਪ੍ਰੋਹਤ ਗਿਆ, ਹੁਣ ਕੱਲ ਵੀ ਆਪ ਜੀ ਨੇ ਸੁਣਿਆ ਵੀ ਉਸ ਮਸਜਿਦ ਦੀ ਜਿਹੜੀ ਮੇਨ ਦੀਵਾਰ ਹੈ ਬਹੁਤ ਛੋਟੀ ਹੈ, ਜਿਹਦਾ ਬਹੁਤ ਵੱਡਾ ਗਰਾਊਂਡ ਹੈ, ਕਿਉਂਕਿ ਸਮੇਂ ਦਾ ਨਵਾਬ ਮੁਸਲਮਾਨ ਹੈ, ਉਹਨਾਂ ਦਾ ਧਾਰਮਿਕ ਸਥਾਨ ਛੋਟਾ ਹੋਏਗਾ। ਜਿਸ ਜਿਸ ਹਕੂਮਤ ਦਾ ਰਾਜ ਹੁੰਦਾ ਹੈ ਉਹਨਾਂ ਦੇ ਧਾਰਮਿਕ ਥਾਂ ਵੱਡੇ ਹੁੰਦੇ ਆ, ਵੱਡੀਆਂ ਥਾਵਾਂ ਹੁੰਦੀਆਂ ਉਹਨਾਂ ਕੋਲ। ਹੁਣ ਇਹ ਮਸਜਿਦ ਸ਼ਾਹੀ ਸੀ, ਬਹੁਤ ਸੋਹਣੀ ਮਸਜਿਦ। ਸਮੇਂ ਦਾ ਨਵਾਬ ਜਿੱਥੇ ਆਪ ਜਾ ਕੇ 5 ਵੇਲੇ ਨਮਾਜ਼ ਪੜ੍ਹਦਾ ਜੀ, ਉਹ ਫਿਰ ਥਾਂ ਕਿੰਨਾ ਸੋਹਣਾ ਹੋਊਗਾ। ਨਿੱਦਾ ਪ੍ਰੋਹਤ ਆਮ ਲੋਕਾਂ ਵਿੱਚ ਖੜ ਗਿਆ, ਬੜਾ ਰੌਲਾ ਲੋਕਾਂ ਦਾ ਹੈ, ਅੱਗੇ ਵੀ ਨਮਾਜ਼ ਪੜ੍ਹੀ ਜਾਂਦੀ ਹੈ, ਜੁਮਾ ਸ਼ੁੱਕਰਵਾਰ ਬੜੀ ਵਾਰ ਆਉਂਦਾ ਹੈ, ਇੰਨੀ ਭੀੜ ਨਹੀਂ ਸੀ ਕਿਸੇ ਨੇ ਵੇਖੀ। ਤੇ ਨਵਾਬ ਇਸ ਭੀੜ ਨੂੰ ਵੇਖ ਬੜਾ ਖੁਸ਼ ਹੋਇਆ। ਜਦੋਂ ਨਾਨਕ ਜੀ ਦਾ ਧਰਮ ਤਬਦੀਲ ਹੋਊਗਾ, ਹਜ਼ਾਰਾਂ ਲੱਖਾਂ ਲੋਕ ਬਦਲ ਜਾਣਗੇ। ਜਦ ਜਦ ਕੋਈ ਵੱਡਾ ਮਨੁੱਖ ਸ਼ਖਸ ਬਦਲਦਾ ਨਾ, ਉਹਦੇ ਪੈਰੋਕਾਰ, ਉਹਦੇ ਫਾਲੋਅਰ ਆਪਣੇ ਆਪ ਚੇਂਜ ਹੋ ਜਾਂਦੇ ਆ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਇਸਲਾਮ ਦੇ ਵਿੱਚ ਆ ਗਏ ਤੇ ਬਾਕੀ ਲੋਕਾਂ ਨੂੰ ਮੁਸਲਮਾਨ ਬਣਾਉਣ ਦੀ ਲੋੜ ਨਹੀਂ, ਇਹਨਾਂ ਨੂੰ ਮੰਨਣ ਵਾਲੇ ਆਪ ਹੀ ਅੱਲਾਹੂ ਅਕਬਰ ਕਰਨਗੇ। ਤੇ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਚਪੀਤੇ ਜਾ ਰਹੇ ਆ। ਹੁਣ ਕੋਈ ਨਹੀਂ ਬੋਲਦਾ, ਕਿਉਂਕਿ ਨਵਾਬ ਦੀ ਦਹਿਸ਼ਤ ਹੈ, ਉਹਦੇ ਨਾਲ ਅਮਲਾ ਚੱਲਦਾ ਹੈ, ਫੌਜ ਚੱਲਦੀ ਹੈ, ਸਿਪਾਹੀ ਚੱਲਦੇ ਨੇ। ਵਕਤੀ ਤੌਰ ਤੇ ਜਿੰਨੇ ਮੁਸਲਮਾਨ ਸੀ, ਜਿਨ੍ਹਾਂ ਨਮਾਜ਼ ਪੜ੍ਹਦੀ ਸੀ, ਅੱਧੀਆਂ ਅੱਧੀਆਂ ਬਾਹਾਂ ਦੇ ਕੁੜਤੇ। ਕਦੇ ਨੋਟ ਕਰਿਓ,
इस्लाम के जिहड़े वीर ने सिरां ते चट्टियां टोकियां, बिना गर्दन तो उन्हां दे कुर्ते हुंदे आ, ते जिहड़े कुर्ते दीयां बाहां हुंदियां ने वो पौणियां हुंदियां ने, ना वध ना घट, हाफ जिहियां हुंदियां ने, ते पजामे भी उन्हां उच्चे पाए हुंदे काहदे लई कि वज़ू करना सौखा है। वज़ू मतलब पंज इशनाना, मूँह धोना, बाहां धोनियां, गिट्टियां तक गोडियां तक पैर धोने, ये उन्हां दे धर्म की रवायत है, मर्यादा है। वो कपड़े भी उहो जे पाउंदे आ भी ये गिले हो के अंदर जूठे ना जाण। ते साडे वाला डिपार्टमेंट सिखां वाला ਇਹ ਤੇ माफ करो जे इन्हां दा बस चले ते गुरु घर नूं भी फैशन शो बना लेना, एडे एडे घगरे पाए होंदे, कई बार चरण लंगा भी धोई आउंदे, बुरा ही हाल है। असीं गुरु नानक दे घर नूं गुरु घर रहण नहीं दिता। माफ करियो, बड़ियां नूं इह गल कौड़ी लगणी लगदी लगी जाए, पर गुरु साहब दी मर्यादा है। हर खिते दी, हर धर्म दी अपनी रवायत होंदी है। इस्लाम दे विच अज भी जदों कोई मस्जिद जांदा है, कोई मक्का शरीफ जांदा है, कदे जाके वेखियो उन्हां दे पहरावे की ने। असल विच लोग अपने धर्म नूं प्यार करदे आ, प्यार साडे वाले भी करदे आ, इन्ना की करदे आ भी जे कुछ मंगिया मिल जे गुरद्वारे तो, जे मर्द किते सोच ही लवे भी आ भी बेचारा तुरिया आउंदा, चल इहनूं भी कुछ दे दिंदे आ, इन्ना की है, ये तो ज़्यादा नहीं है। हुण समय दा नवाब उन्हें आप खुद ओहो जिहे कपड़े पाए आ। काजी वो तो बड़ा सोहना चोला पाई फिरदा, क्योंकि काजी खास ने, धर्म के पैरोकार मन्ने जाते ने, मोढी मन्ने जाते आ। जगत गुरु गुरु नानक साहब जी के किहो जे कपड़े पाए, नवाब कहंदा कपड़े पा ला ओए, मर्द कहंदे आही रहणगे आखो सतनाम। वो मैली कुचैली कुर्ती पाई आ, पर नवाब नूं हुण ऑब्जैक्शन नहीं भी जिहो जा मर्जी है, जे एक बार मुसलमान बन गया असीं कपड़ियां तो की लैणा, साडे नाल ते लोग जुड़नगे। ये पॉलिसी होंदी सरकार। निदा पुरोहित खड़ा वेखदा भी गुरु साहब ते आए नहीं। नवाब दी सवारी मुख दरवाजा प्रवेश कर गई। जगत गुरु गुरु नानक साहब महाराज भी पिछों आए, अंदर चले गए। रौला पिया लोकां दे विच, कहंदे अज हाहाकार, नवाब सामने कोई नहीं बोलदा, सब सलामां करदे ने। एक एक को लंग ढाई तस्यंतरे, हो करना निद को देख, बेसूर और खरे। निदा पुरोहित जिस वेले पंडित नेड़े आया, पंडित नूं कोई नेड़े खड़ नहीं दिंदा। अज जद मेले लगदे, छिंजां पैंदियां ने जी, किते गतका नगर कीर्तन विच चलदा होवे, कोई खड़ दिंदा अगे, अरे एक धक्का मार के पिछों आऊ अगे हो जू। पुरोहित बड़ा हैरान भी मैं ते सीक्रेट रिपोर्ट लेके जानी है, पहला जाके दसना, मैनू खड़ नहीं दिंदा कोई। आखिरकार मिन्नतां तरले जे करके लोकां नूं पासे करके कहदे आओ पंडित जी आओ जी, आया नूं अगे आ जाओ अगे आ। सरकार कहंदे सामने आया, वो वेखदा भी इन्ने मुसलमान चिट्टे कपड़े वाले तुरे फिरदे आ, मेरा बाबा क्यों नहीं दसदा। सहज सुभाअ गुरु नानक साहब ते नजर पै गई निंदे पुरोहित दी। कहंदे वेख सतगुरां नूं बड़ा सकून मिलिया, चेहरे ते कोई डर नहीं है, कोई भय नहीं, कोई शिकन नहीं, ते ना ही मुस्कुराहट है, बिल्कुल चुप ने, साइलेंट ने। नवाब अपने घोड़े तो उतरिया, गुरु नानक साहब नूं हत्थ करके कहंदा आओ चलीए। नमाज पढ़ने वास्ते थां खुली चाहिए है जी। अंदर बह के एक बंदा उच्ची आवाज में बोलता, चलो अजकल तो लाउड स्पीकर लगे, अल्लाहू अकबर बिस्मिल्लाह पढ़िया जाता है। तो उस वेले काजी चढ़ता सी उच्ची थां ते, मुल्ला उच्ची थां ते बह के, अज भी तुसीं वेखोगे मस्जिदां दे आसे पासे गुंबद बनया हुंदा बहुत वड्डा, अगे ਉਹਦੇ ਤੇ चढ़ के उच्ची आवाज दिंदे सी। फिर बाणी लिखदी है, मुल्ला मुलारे क्या चढ़ै है, साईं ना बहरा होए, जा कारण तू वांग दे, दिल ही भीतर जोए। बाणी कहती आओ मुलिया उच्ची चढ़ के वांगा दिना, आवाजा मारदा कि रब गुण है, वो जिन्हों तू आवाज मारदा वो तेरे दिलां दियां जानदा। आखो सतनाम। उन्हां दे धर्म दी रिवायत कहते जी पहला अल्लाहू अकबर किया गया। अज भी तुसीं कदे कदे पिंडां शहरां च सुनोगे, जद नमाज हुंदी है लाउड स्पीकर विच बोलिया जांदा अल्लाहू अकबर, उच्ची आवाज। वो नमाज नहीं है, वो एक साइन हुंदा है, एक अलार्म हुंदा है भी रब वड्डा है, रब सच्चा है। आओ मुसलमान वीरो समा नवाजा हो गया।
ਤੇ ਜਦ ਅੱਲਾਹੁ ਅਕਬਰ ਕੋਈ ਮੁਸਲਮਾਨ ਸੁਣਦਾ, ਕਦੇ ਨੋਟ ਕਰਿਓ, ਮੈਂ ਕਹਿੰਦਾ ਮੇਰੇ ਵਰਗਾ ਤੇ ਅਰਦਾਸ 'ਚ ਵੀ ਨਹੀਂ ਖੜਦਾ, ਮੁਖਵਾਕ 'ਚ ਵੀ ਨਹੀਂ ਖੜਦਾ। ਮੁਸਲਮਾਨ ਨੂੰ ਜਦੋਂ ਕੰਨਾਂ ਵਿੱਚ ਇੰਨੀ ਆਵਾਜ਼ ਸੁਣ ਜੇ ਨਾ ਅੱਲਾਹੁ ਅਕਬਰ, ਜਿਹੜਾ ਕੰਮ ਕਰਦਾ ਛੱਡ ਕੇ ਉਸੇ ਵੇਲੇ ਝੁਕ ਜਾਂਦਾ, ਉੱਤੇ ਸਲਾਮ ਕਰਦਾ ਹੈ, ਮੇਰੇ ਖੁਦਾ ਦੀ ਇਬਾਦਤ ਹੋ ਰਹੀ ਹੈ। ਕਹਿੰਦੇ ਜਿਸ ਵੇਲੇ ਅੱਲਾਹੁ ਅਕਬਰ ਦਾ ਆਵਾਜ਼ਾ ਬੋਲਿਆ ਗਿਆ, ਮੁੱਖ ਦਰਵਾਜ਼ਾ ਬੰਦ ਕੀਤਾ ਗਿਆ, ਸਾਰੇ ਮੁਸਲਮਾਨਾਂ ਨੇ ਆਪਣੀਆਂ ਸਹਾਂ ਵਿਛਾ ਲਈਆਂ, ਚਾਦਰਾਂ, ਜਿੱਥੇ ਨਮਾਜ਼ ਪੜ੍ਹਨੀ। ਸਮੇਂ ਦਾ ਨਵਾਬ ਗੁਰੂ ਨਾਨਕ ਸਾਹਿਬ ਨੂੰ ਬੜਾ ਨਰਮ ਤਰੀਕੇ ਨਾਲ ਲੈ ਕੇ ਆਇਆ, ਕਿਉਂਕਿ ਧਰਮ ਤਬਦੀਲ ਕਰਾਉਣਾ, ਮੁਸਲਮਾਨ ਬਣਾਉਣਾ ਏ। ਦੋਹਰ ਪਹੁੰਚੋ ਨਿਕਟ ਨਾ ਸ੍ਰੀ ਗੁਰੂ, ਪੀਰ ਭਈ ਭਰਪੂਰ, ਕਬ ਸੰਤੋਖ ਸਿੰਘ ਧਿਆਏ ਅਬ, ਪੂਰਨ ਭਾ ਸੁਖ ਮੂਰ। ਮਹਾਕਵੀ ਭਾਈ ਸੰਤੋਖ ਸਿੰਘ ਇਸ ਪਾਵਨ ਮਹਿਮਾ ਨੂੰ ਲਿਖ ਰਹੇ ਨੇ। ਕਹਿੰਦੇ ਸਮੇਂ ਦਾ ਪੰਡਤ ਪ੍ਰੋਹਤ ਨਿੱਧਾ ਕੰਧ ਤੱਕ ਪਹੁੰਚ ਗਿਆ। ਉਹ ਕੱਚੀਆਂ ਜਿਹੀਆਂ ਕੰਧਾਂ ਹੁੰਦੀਆਂ ਉਹਨਾਂ ਸਮੇਂ ਦੀਆਂ, ਅੱਜ ਵਾਲੀਆਂ ਥੋੜ੍ਹਾ। ਹੁਣ ਗੁਰੂ ਸਾਹਿਬ ਦੇ ਨੇੜੇ ਜਾ ਨਹੀਂ ਸਕਦਾ, ਕਦੇ ਸਤਿਗੁਰਾਂ ਦੇ ਨੇੜੇ ਰਹਿੰਦਾ ਸੀ। ਅੱਜ ਕਿਉਂਕਿ ਸਮੇਂ ਦੀ ਹਕੂਮਤ ਦੇ ਵੱਸ ਵਿੱਚ ਗੁਰੂ ਸਾਹਿਬ ਨੇ, ਨਵਾਬ ਹੈ। ਨਵਾਬ ਕੌਣ ਹੈ? ਰਾਜਾ ਹੈ। ਜ਼ਰੂਰਤ ਹੈ ਕਿਸੇ ਦੀ ਕੋਲ ਚਲਿਆ ਜਾਏ, ਫਿਰ ਉਹ ਵੀ ਇੱਕ ਧਰਮ ਦਾ ਦਾਇਰਾ। ਕਹਿੰਦੇ ਨਿੱਧਾ ਪ੍ਰੋਹਤ ਦੀਵਾਰ ਤੇ ਬੈਠਾ ਸੋਚੀ ਜਾਂਦਾ ਹੈ, ਵੇਖਿਓ ਕਿਤੇ ਪਾਤਸ਼ਾਹ ਧਰਮੀ ਨਾ ਬਦਲ ਲਿਓ। ਇਹ ਉਹੀ ਨਿੱਧਾ ਹੈ ਜਦ ਕਿਤੇ ਘਾਟਬਾਜ਼ੀ ਹੁੰਦੀ ਸੀ, ਮੋਦੀ ਖਾਨੇ ਆਣ ਪੈਂਦਾ ਸੀ, ਮਰ ਜਾ ਸਮਾਨ ਚਾਹੀਦਾ ਹੈ। ਮਰਦ ਕਹਿੰਦੇ ਲੈ ਜਾਓ ਪੰਡਤ ਜੀ ਜੋ ਚਾਹੀਦਾ। ਵੀ ਜੇ ਗੁਰੂ ਸਾਹਿਬ ਮੁਸਲਮਾਨ ਬਣ ਗਏ, ਆਪਣਾ ਤੇ ਤੋਰੀ ਫੁਲਕਾ ਬਣਦਾ ਖੁਦ ਸਤਨਾਮ। ਹਿੰਦੂ ਕਿੱਥੇ ਖਾਲ ਮੁਸਲਮਾਨ ਦੇ ਹੱਥ ਦਾ, ਭਾਵੇਂ ਉਹ ਲੱਖਾਂ ਡਾਲਰ ਲੈ ਕੇ ਸੁੱਟ ਦਿੱਤੇ ਤਾਂ ਨਾ ਹਰਾਮ ਆ ਸੀ। ਹੁਣ ਦਿੱਤੇ ਪ੍ਰੋਹਤ ਨੂੰ ਅੰਦਰੋਂ ਅੰਦਰ ਚਿੰਤਾ ਪਈ, ਵੇਖਿਓ ਕਿਤੇ ਮਰਦ ਧਰਮੀ ਨਾ ਬਦਲ ਲਿਓ। ਦੇਖੋ ਉਹ ਸੰਸਾਰੀ ਵਿਅਕਤੀ ਹੈ, ਬੇਸ਼ੱਕ ਧਰਮ ਨੂੰ ਜਾਣਦਾ, ਧਰਮ ਨੂੰ ਪੜ੍ਹਿਆ, ਪਰ ਧਰਮੀ ਤਾਂ ਨਹੀਂ ਹੈ। ਧਰਮ ਦੀ ਫਿਲਾਸਫੀ ਪੜ੍ਹ ਲੈਣੀ, ਧਰਮ ਦੀਆਂ ਕਿਤਾਬਾਂ ਪੜ੍ਹ ਲੈਣੀਆਂ, ਧਰਮ ਦੀਆਂ ਗੱਲਾਂ ਸੁਣ ਲੈਣੀਆਂ, ਕੋਈ ਧਰਮੀ ਹੋ ਜਾਣਾ ਜੀ ਨਹੀਂ ਬਾਈ। ਉਹ ਤੇ ਲੋਕ ਕਾਲਜਾਂ ਦੇ ਵਿੱਚ PhD ਵੀ ਕਰੀ ਫਿਰਦੇ, ਯੂਨੀਵਰਸਿਟੀਆਂ 'ਚ। ਬੜੇ ਲੋਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ PhD ਕੀਤੀ ਹੈ, ਪੜ੍ਹਿਆ ਕੀ ਹੈ, ਵਿਚਾਰਿਆ ਕੀ ਹੈ? ਇੱਕ ਜਪਜੀ ਦੀਆਂ 5 ਪੌੜੀਆਂ ਯਾਦ ਨੇ, ਪਰ PhD ਕਰੀ ਫਿਰਦਾ ਹੈ ਕੁਛ ਨਹੀਂ ਪੜ੍ਹਿਆ। ਹੁਣ ਸਮੇਂ ਦਾ ਪੰਡਤ ਆਪਣੇ ਧਰਮ ਦੇ ਵਿੱਚ ਮਹਾਰਤ ਰੱਖਦਾ, ਪਰ ਦੂਜੇ ਧਰਮ ਨਾਲ ਨਫ਼ਰਤ ਰੱਖਦਾ ਵੀ ਇਹ ਮੁਸਲਮਾਨ ਨੇ। ਨਿੱਧਾ ਪ੍ਰੋਹਤ ਬੈਠਾ ਸੋਚੀ ਜਾਂਦਾ, ਲੋਕਾਂ ਨਾਲ ਗੱਲਾਂ ਕਰਦਾ, ਲੋਕ ਗੱਲਾਂ ਕਰਦੇ, ਕਹਿੰਦੇ ਲੈ ਵੀ ਗਿਆ ਨਾਨਕ ਅੱਜ ਗਿਆ ਮੋਦੀ ਖਾਨਾ, ਇਹ ਕੁਛ ਨਹੀਂ ਬੋਲਦਾ। ਦ੍ਰਿਸ਼ ਵੇਖਦਾ ਹੈ। ਕਵੀ ਭਾਈ ਸੰਤੋਖ ਸਿੰਘ ਆਖਦੇ ਆ, ਕਹਿੰਦੇ ਇਹ ਖੇਡ ਚੌਥੋ ਰਚਨ ਰਚਿਆ ਕਰਤਾਰ। ਇਹ ਰਚਨ, ਇਹ ਰਚਨਾ ਉਸ ਕਰਤੇ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਨੇ ਬਹਾਨਾ ਬਣਾ ਕੇ ਰਚੀ ਹੈ। ਦੋਹਰ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ, ਪ੍ਰਗਟ ਸੋ ਭਾਨ ਸਮਾਨ, ਨਿਖਲ ਦਵੈਤ ਤਮੇ ਹਰਨ ਕੋ, ਸ਼ਰਨ ਸਦਾ ਸੁਖ ਦਾਨ। ਕਵੀ ਜੀ ਨਵੇਂ ਪ੍ਰਸੰਗ ਦਾ ਆਗਾਜ਼ ਕਰਦੇ ਆ। ਪਹਿਲਾ ਪ੍ਰਸੰਗ ਸਮਾਪਤ ਹੋਇਆ ਜਿਹਦੇ ਵਿੱਚ ਜੈ ਰਾਮ ਜੀ ਤੇ ਪਰਿਵਾਰ ਦਾ ਜ਼ਿਕਰ ਕੀਤਾ ਸਾਰਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਨੇ ਸੂਰਜ ਵਰਗੇ। ਹੁਣ ਸੂਰਜ ਦੀਆਂ ਰਿਸਮਾਂ, ਸੂਰਜ ਦੀਆਂ ਕਿਰਨਾਂ ਹਰ ਥਾਂ ਤੇ ਪੈਂਦੀਆਂ ਤੇ ਚਾਨਣ ਹੀ ਚਾਨਣ ਹੈ। ਭਾਵੇਂ ਉਹ ਕੱਚਾ ਕੋਠਾ ਹੋਵੇ, ਭਾਵੇਂ ਪੱਕਾ ਹੋਵੇ, ਜ਼ਮੀਨ ਹੋਵੇ, ਕੋਈ ਥਾਂ ਸਮੁੰਦਰ ਹੈ। ਇਹ ਥੋੜਾ ਵੀ ਸਮੁੰਦਰਾਂ ਤੇ ਧੁੱਪ ਨਹੀਂ ਚੜ੍ਹਦੀ, ਸੂਰਜ ਹਰ ਥਾਂ ਜਾਂਦਾ ਹੈ, ਹਰ ਥਾਂ ਰੋਸ਼ਨੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਤੇ ਪੈਂਦਾ ਉਹਨਾਂ ਦੇ ਅੰਦਰ ਚਾਨਣ ਹੈ। ਪਰ ਜੇ ਹੁਣ ਉੱਲੂ ਨੂੰ ਬਿਠਾ ਦਿਓ ਧੁੱਪ ਚੋਂ, ਕਹਿੰਦਾ ਸੇਕ ਲੱਗਦਾ ਪਰ ਸੂਰਜ ਨਹੀਂ ਚੜਿਆ, ਕੋਈ ਚਾਨਣ ਨਹੀਂ। ਉਹਦਾ ਕੀ ਕਸੂਰ ਹੈ ਸੂਰਜ? ਕਹਿੰਦੇ ਕੁਝ ਉੱਲੂ ਲੋਕ ਐਸੇ ਸਨ ਨਿੰਦਕ ਜੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਾਣ ਨਾ ਸਕੇ। ਭਾਈ ਬਾਲਾ ਜੀ ਕਹਿੰਦੇ ਮੈਂ ਆਪ ਉਸ ਵੇਲੇ ਸਤਿਗੁਰਾਂ ਨੂੰ ਦੂਰੋਂ ਵੇਖਦਾ, ਗੁਰੂ ਸਾਹਿਬ ਚੁੱਪ ਚਪੀਤੇ ਇਕੱਲੇ ਹੀ ਖੜੇ ਉਹਨਾਂ 'ਚ। ਕਾਜੀ ਆ ਗਿਆ, ਮੌਲਵੀ ਆ ਗਿਆ, ਹੋਰ ਇਸ ਧਰਮ ਦੇ ਲੋਕ ਜਿਹੜੇ ਨਮਾਜ਼ ਅਦਾ ਕਰਦੇ ਨੇ। ਅੜਿਲ ਸੁੰਦਰ ਅਦਕਮ ਸੀਤ, ਚਿਤਰ ਭਿਤ ਜਾਣੀਏ, ਚਾਮੀ ਕਰ ਜਹ ਲਿਖਿਓ, ਦੇ ਪਤ ਪਹਿਚਾਨੀਏ। ਜਿਸ ਵੇਲੇ ਇਸ ਮਸਜਿਦ ਨੂੰ ਦੂਰੋਂ ਵੇਖਿਆ, ਉਹ ਪੰਡਤ ਜੀ ਦੱਸਦੇ ਆ ਤੇ ਭਾਈ ਬਾਲਾ ਜੀ ਕਹਿੰਦੇ ਇਸ ਮਸਜਿਦ ਦੀ ਜਿਹੜੀ ਵੱਡੀ ਦੀਵਾਰ ਸੀ, ਇੱਕ ਬਾਹਰ ਤੇ ਕੱਚੀ ਕੰਧ ਹੈ ਜਿੱਥੇ ਲੋਕ ਬੈਠੇ ਆ, ਗਰਾਊਂਡ ਤੋਂ ਬਾਹਰ
ਹੁਣ ਜਿੱਥੇ ਅੰਦਰ ਮਸਜਿਦ ਹੈ, ਜਿੱਥੇ ਕੁਰਾਨ ਰੱਖਿਆ ਜਾਂਦਾ ਹੈ, ਕਹਿੰਦੇ ਉਹਦੀ ਕੰਧ ਇੰਨੀ ਸੋਹਣੀ ਸੀ, ਉਹਦੇ ਤੇ ਚਿੱਤਰਕਾਰੀਆਂ ਕੀਤੀਆਂ ਬੜੇ ਸੋਹਣੇ ਰੰਗ ਦੀਆਂ। ਮਸਜਿਦ ਦੇ ਦਰਵਾਜ਼ੇ ਨੇ ਚਾਂਦੀ ਦੇ ਹੋਣਗੇ, ਕਿਉਂ ਨਹੀਂ ਰਾਜਾ? ਕਹਿੰਦੇ ਇਸ ਦੀਵਾਰ ਉੱਤੇ ਨਾ ਕਲਮਾ ਲਿਖੀਆਂ ਹੋਈਆਂ ਸੀ, ਆਇਤੁਲ ਕੁਰਸੀ ਲਿਖੀ ਹੁੰਦੀ, ਔਜ਼ ਬਿਲਾਹਿ ਮਿਨਸ਼ ਸ਼ੈਤਾਨਿਰ ਰਜੀਮ। ਇਹ ਲਾਈਨ ਪਹਿਲੇ ਵੱਡੇ ਅੱਖਰ 'ਚ ਲਿਖੀ ਹੁੰਦੀ ਬਾਜ਼ੀ ਉੱਤੇ, ਬਿਸਮਿल्लाह रहमान रहीम। उस रब का नाम है, परमात्मा का नाम है, खुदा का नाम है, ये उकरिया हुंदा है। कहते उस जिन्नियां लाइनां सी सारियां सोने विच, ते कहते उस मस्जिद की दीवार नूं वेख वेख चित्त खुश हुंदा सी। अज भी आप जी सचखंड श्री हरमंदिर साहिब जांदे हो ना, उन्हां दीयां दीवारां ते कितनी सोहनी मीनाकारी है। अगे राजे महाराजे इदां करदे सी, पुराने महलों में चले जाओ, पटियाले का किला मुबारक वेख लो, दिल्ली का लाल किला वेख लो, हैरान हो जाओगे कि इन्ने सोहने डिजाइन। दुनिया उदों भी कितनी अप टू डेट सी। असीं ते बहम पाली फिरदे आ कि जे कंप्यूटर दे 3D प्रिंटर आ गए, पता नहीं की दुनिया ते आ गया। पहला जो कुछ सी कदे ताजमहल जाके वेखियो, अज तक दुनिया हैरान है कि मीनाकारियां कौन कर गया। हुण इस मस्जिद की दीवार उत्ते कहते बड़ियां सोहणियां पंक्तियां सवार सवार लिखियां। साडे वाले ने कित्थे लिखियां? जां गुरुद्वारे च जां शमशान घाटां च, किसी शमशान च चले जाओ, ਵੱਡੀਆਂ ਵੱਡੀਆਂ ਨਵੇਂ ਪਾਤਸ਼ਾਹ ਦੀ ਬਾਣੀ ਲਿਖੀ ਹੋਊਗੀ। ਬੰਦਾ ਪੜ੍ਹ ਕੇ ਹੈਰਾਨ ਹੋ ਜਾਂਦਾ ਵੀ ਯਾਰ ਆਪਾਂ ਤਾਂ ਨਹੀਂ ਬਚਦੇ। ਸ਼ਮਸ਼ਾਨ 'ਚ ਜਾ ਕੇ ਲਿਖਿਆ ਹੁੰਦਾ ਨਾ, ਅਸੀਂ ਸਿਰਫ ਬਾਣੀ ਨੂੰ ਲਿਖਿਆ ਏ, ਛਾਪਿਆ ਏ, ਵਿਚਾਰਿਆ, ਪੜ੍ਹਿਆ ਨਹੀਂ। ਹੁਣ ਜਿਸ ਵੇਲੇ ਸਾਰੇ ਉੱਥੇ ਆਏ, ਉਹਨਾਂ ਨੇ ਇੱਕ ਵਾਰ ਸਜਦਾ ਕੀਤਾ, ਇੱਕ ਦੂਜੇ ਨੂੰ ਗਲ ਲਾ ਕੇ ਮਿਲੇ ਆ। ਨਮਾਜ਼ ਤੋਂ ਪਹਿਲਾਂ ਵੀ ਮਿਲਦੇ ਆ ਤੇ ਬਾਅਦ 'ਚੋਂ ਵੀ ਮਿਲਦੇ ਮੁਸਲਮਾਨ ਵੀ, ਭਾਈਚਾਰਾ ਵਿਖਾਉਂਦੇ ਆ, ਪਿਆਰ ਵਿਖਾਉਂਦੇ ਆ। कहते बाकी दुनिया चुप हो गई जी, जो अल्लाहू अकबर की आवाज आई फिर कौन बोलेगा? नवाब बैठा उठी रहा, बिल्कुल शांत, किते चिड़ी परिंदा अखां बनी मारदा। तहां जाई पाठांड जो खान निरपाल सो, हो सभा अपनी सहत जे बैस विसाल सो। नवाब साहब वड्डी दीवार दे सामने खड़े ने, नाल गुरु नानक साहब जियां नूं खड़े कीता। जिथे नवाब खड़ा है उहदे थल्ले गलीचा विछे, उहनूं कहते सभा, गलीचे ते खड़े जिन्ने दे मंत्री ने, वजीर ने, सारे लाइन च खड़े ने नवाब दे सामने, थोड़ी दूरी अगे। जिवें अरदासिया सिख गुरु घर खड़दा, बाकी संगत पिछे है। कहते काजी साहब खड़े सी, मुल्ला साहब खड़े सी, धर्म दे वोटी है ना। इन्हां ने जिवें नमाज करनी है, इन्हां नूं वेख बाकी करनगे। जिहड़े अनजान ने, जिहड़े जाणदे आ, उन्हां नूं ते पता भी की करना। गुरु नानक साहब महाराज नूं सज्जे पासे खड़िया कर लिया, महाराज भी खड़े हो गए। कोई कपड़ा दिता गया, विछाया गया, गुरु साहब उहदे उत्ते खड़े आ। कहते भीड़ बड़ी है मुसलमानां दी, चट्टियां चट्टियां टोपियां ते एक खड़े ने विच खत्तर दा लपेटा मारिया। जगत गुरु नानक साहब महाराज बड़ा सोहना दाड़ा काड़ा, क्योंकि 35 साल की 35.5 साल की उम्र उठती होगी, बात नौजवान, चेहरे दी लाली, चेहरे दा नूर सब तो अलग ही दिसदा है। श्री नानक जी संग ज्ञान घन रूप है, बिकस्यो कमल विशाल सो बदन अनूप है। नवाब ने बड़े अदब दे नाल गुरु साहब नूं सज्जे पासे खड़ा कीता। कहंदा नानक जी जिवें जिवें मैं करा उवें उवें करी जाए। मतलब अनाड़ी है, तुहानूं तो जानू नहीं, जिवें असीं करांगे उवें ही करिओ। ज्ञान दे सागर गुरु नानक साहब महाराज दे हथ जोड़ के कहंदे जी सब बचा खुश हो गए। हुण गुरु साहब दी खुशी नहीं बर्दाश्त हो रही पुरोहित नेते तो भी महाराज तुहाडा ते धर्म तब्दील करन लगे, तुसीं हस रहे हो। वेखो एक दुख है अंदरों, एक प्यार है महाराज दे नाल। उन्हां दी थां खड़ के वेखो बेचारे किन्ने दुखी हो गए। जिहड़े होर धर्म दे लोग सी ओह रो रहे अंदरों भी ये बहुत माड़ा हो गया, ये तो उपर की हो सकदा। गुरु साहब खड़ भी गए। हुण ते नमाज शुरू होण लगी है, जुमे दी वड्डी नमाज है, घंटा डेढ़ घंटा इस नमाज नूं लगना। सारे मुसलमान खड़े आ जी, लाइन दे विच खड़े आ। मुख दरवाजा बंद किया गया, दीवारां ते खड़े लोग देख रहे आ। नवाब महाराज नूं दसदा है, कहंदा जदों असीं झुकांगे तुसीं झुकना है, जद असीं कंन फड़ांगे तुसीं कंन फड़ने। मत दे 7 वजन जी कहंदे नवाब साहब मैं अणजाण हां, मैनूं पता नहीं, तुसीं मैनूं दसी जाओ, इशारा करी जाओ, मैं तुहानूं वेख वेख कर देवांगा।
ਕਾਜੀ ਬੜਾ ਖੁਸ਼ ਹੋਇਆ। ਇਹ ਉਹੀ ਕਾਜੀ ਹੈ ਜਿਹੜਾ ਸੜ ਕੇ ਆਇਆ ਸੀ ਨਾ ਮਰਦ ਦੇ ਬਚਨਾਂ ਨੂੰ ਸੁਣ ਕੇ। ਮਰਦ ਕਹਿੰਦੇ ਸੀ ਮੁਸਲਮਾਨ ਕਹਾਵਣ ਮੁਸ਼ਕਲ, ਜੇ ਸੱਚ ਪੁੱਛੋ ਸਾਰੀ ਇਸੇ ਬੰਦੇ ਦੀ ਕਰਤੂਤ ਆਖੋ ਸਤਨਾਮ। ਇਹਨੇ ਆ ਕੇ ਨਵਾਬ ਨੂੰ ਚੱਕਿਆ ਵੀ ਤੇ ਮੁਸਲਮਾਨਾਂ ਨੂੰ ਗਾਲਾਂ ਕੱਢਦਾ ਜੀ, ਬਣਾਓ ਮੁਸਲਮਾਨ ਨੂੰ। ਬੜਾ ਗਿਆਨ ਦਿੰਦਾ ਸੀ, ਮਿਹਰ ਮਸੀਤ ਸਿਰਕ ਮੁਸਲਮਾਨ ਹੱਕ ਹਲਾਲ ਕੁਰਾਨ, ਪੜਾਓ ਇਹਨੂੰ ਕੁਰਾਨ। ਕੰਨਾਂ ਦਾ ਕੱਚਾ ਸੀ ਨਵਾਬ, ਕਾਜੀ ਦੀਆਂ ਗੱਲਾਂ ਪਿੱਛੇ ਆ ਕੇ ਇੱਧਰ ਨੂੰ ਆ ਗਏ। ਅਸਲ ਦੇ ਵਿੱਚ ਨਾ ਜਦ ਬੰਦੇ ਕੋਲ ਮਾਇਆ ਜੀ, ਸੁਭਾਵਿਕ ਗੱਲ ਹੈ, ਰਾਜੇ ਮਹਾਰਾਜੇ ਅਫਸਰਾਂ ਦੀ ਗੱਲ ਨਹੀਂ ਹੈ, 4 ਪੈਸੇ ਆ ਗਏ ਨਾ, ਬੰਦਾ ਕੰਨਾਂ ਦਾ ਇੰਨਾ ਕੱਚਾ ਹੋ ਜਾਂਦਾ ਜਿਵੇਂ ਕਿਸੇ ਨੇ ਫੂਕ ਮਾਰ ਕੇ ਉੱਧਰ ਨੂੰ ਚੱਲ ਪੈਂਦਾ। ਹਾਂ ਮੈਨੂੰ ਇਹ ਗਾਲਾਂ ਕੱਢ ਗੈਰ ਡਰੀ ਜਾਂਦਾ ਹੈ। 4 ਬੰਦੇ ਇਕੱਠੇ ਹੋ ਗਏ ਤੇ ਮੇਰੀਆਂ ਗੱਲਾਂ ਕਰਨ, ਇੱਕ ਭਰਮ ਹੋ ਜਾਂਦਾ, ਇੱਕ ਫਿਕਰ ਹੋ ਜਾਂਦਾ ਅੰਦਰ। ਤੇ ਨਵਾਬ ਨੇ ਕਾਜੀ ਦੀਆਂ ਗੱਲਾਂ ਸੁਣੀਆਂ ਸੀ, ਉਹਨੇ ਗੁਰੂ ਨਾਨਕ ਸਾਹਿਬ ਦੀਆਂ ਮਿਹਰਬਾਨੀਆਂ ਸਾਰੀਆਂ ਭੁਲਾਤੀਆਂ ਵੀ ਗੁਰੂ ਸਾਹਿਬ ਕਿੱਦਾਂ ਕਿੱਦਾਂ ਹਿਸਾਬ ਕਿਤਾਬ ਚ ਬਰੀ ਹੁੰਦੇ ਰਹੇ ਆ। ਮੈਂ ਸ਼ਰਧਾ ਰੱਖੋ ਭੁੱਲ ਭੱਲ ਗਿਆ। ਤੇ ਉਹ ਕਾਜੀ ਟੀਚਰ ਬਣ ਕੇ ਸਾਹਮਣੇ ਖੜੇ ਆ, ਕਹਿੰਦਾ ਨਾਨਕ ਜੀ ਅੱਜ ਤੋਂ ਤੁਸੀਂ ਮੁਸਲਮਾਨ ਹੋ, ਕਬੂਲ ਕਰੋ। ਮੇਰਾ ਬਾਬਾ ਨਾਨਕ ਵੀ ਬੋਲਿਆ। ਮਰਦ ਕਹਿੰਦੇ ਪਹਿਲਾਂ ਨਮਾਜ਼ ਤੇ ਪੜ੍ਹ ਲਈਏ, ਅਦਾ ਤੇ ਕਰ ਲਈਏ, ਖੁਦਾ ਨਾਲ ਗੱਲਬਾਤ ਤੇ ਕਰੀਏ, ਫਿਰ ਕਬੂਲ ਹੋਏਗਾ। ਹਰਖ ਸ਼ੋਕ ਜਿਨ ਨਹੀਂ, ਆਨੰਦ ਏਕ ਰਸ, ਹੋ ਠਾਂਡੇ ਨ੍ਰਿਪ ਕੇ ਨਿਕਟ, ਬਤਾਵਣ ਸੋ ਮਗ ਤਿਸ। ਭਾਈ ਬਾਲਾ ਜੀ ਕਹਿੰਦੇ ਮੇਰੇ ਸਤਿਗੁਰ ਮੱਤ ਦੇਣ ਵਾਸਤੇ, ਗਿਆਨ ਦੇਣ ਵਾਸਤੇ ਖੜ ਗਏ ਨਵਾਬ ਨੂੰ ਕੋਲੇ, ਜਿਨ੍ਹਾਂ ਦੇ ਅੰਦਰ ਹਰਖ ਸੋਗ ਨਹੀਂ, ਵੈਰ ਨਹੀਂ। ਬਾਣੀ ਲਿਖਦੀ ਹੈ ਹਰਖ ਸੋਗ ਜਾਕੇ ਨਹੀਂ, ਵੈਰੀ ਮੀਤ ਸਮਾਨ। ਮਿੱਤਰ ਤੇ ਦੁਸ਼ਮਣ ਜਿਨ੍ਹਾਂ ਲਈ ਇੱਕ ਬਰਾਬਰ ਹੈ, ਹਾਸਾ ਖੁਸ਼ੀ ਅਤੇ ਗਮੀ ਜਿਨ੍ਹਾਂ ਲਈ ਮੈਟਰ ਨਹੀਂ ਕਰਦੇ, ਕੁਛ ਵੀ ਨਹੀਂ। ਕਹਿੰਦੇ ਮਰਦ ਦੇ ਚਿਹਰੇ ਦਾ ਰੰਗ ਲਾਲ ਹੁੰਦਾ ਜਾ ਰਿਹਾ, ਸੁਰਖ ਹੁੰਦਾ ਜਾ ਰਿਹਾ, ਚਿਹਰੇ ਦੀ ਖੁਸ਼ੀ, ਚਿਹਰੇ ਦਾ ਨੂਰ ਵੱਧਦਾ ਜਾਂਦਾ ਹੈ। ਐਨੇ ਨੂੰ ਕਾਜੀ ਦਾ ਫਰਮਾਨ ਆਇਆ ਵੀ ਬਿਲਕੁਲ ਸਮਾਂ ਹੋ ਗਿਆ ਹੈ। ਤੇ ਜਦੋਂ ਸਮਾਂ ਹੋ ਜਾਂਦਾ ਜੀ ਫਿਰ ਕੋਈ ਮੁਸਲਮਾਨ ਬੋਲਦਾ ਨਹੀਂ ਹੁੰਦਾ, ਕਿਸੇ ਵੱਲ ਵੇਖਦਾ ਨਹੀਂ ਹੁੰਦਾ। 2 ਪਲ ਅੱਖਾਂ ਬੰਦ ਕੀਤੀਆਂ, ਫਿਰ ਅੱਖਾਂ ਖੋਲੀਆਂ ਨੇ। ਦੋਹਰਾ ਹਿੰਦੂ ਕੋਈ ਨਾ ਕਹਿ ਸਕੇ, ਤੁਰਕਨ ਤੇਜ ਵਿਸਾਲ, ਪਰਮੇਸ਼ਰ ਪਤ ਰਾਖੇ, ਸਿਮਰਹਿ ਦੀਨ ਦਿਆਲ। ਉਸ ਵੇਲੇ ਦਾ ਹਾਲ ਦੱਸਦੇ ਆ, ਕਹਿੰਦੇ ਹਿੰਦੂ ਸੈਂਕੜੇ ਖੜੇ ਸੀ, ਤਮਾਸ਼ਾ ਹੀ ਵੇਖ ਸਕਦੇ ਆ, ਕੋਈ ਕੁਝ ਕਹਿ ਨਹੀਂ ਸਕਦਾ। ਕੌਣ ਬੋਲੇ ਰਾਜੇ ਅੱਗੇ ਵੀ ਤੂੰ ਕੀ ਕਰਦਾ ਹੈ, ਜ਼ਰੂਰਤ ਸੀ ਕਿਸੇ ਦੀ। ਕਹਿੰਦੇ ਚੁੱਪ ਚਪੀਤੇ ਅੰਦਰੋਂ ਅੰਦਰ ਪਛਤਾਉਂਦੇ ਨੇ, ਕਈ ਆਸਾਂ ਲਾਉਂਦੇ, ਅਰਦਾਸਾਂ ਕਰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੀ ਪੱਤ ਰੱਖ ਲਿਓ, ਜੇ ਤੁਸੀਂ ਬਦਲ ਗਏ ਨਾ ਅਸੀਂ ਵੀ ਗਏ ਆਖੋ ਸਤਨਾਮ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਾ ਮੁਸਲਮਾਨ ਬਣਾ ਲਿਆ ਤੇ ਫਿਰ ਬਾਕੀ ਕੀ ਚੀਜ਼ ਨੇ ਬਚਾਏ, ਫਿਰ ਤੇ ਆਰਾ ਸਾਰਾ ਹੀ ਚੱਲੂਗਾ। ਧਰਮ ਦਾ ਪੈਰੋਕਾਰ ਗੋਢੀ ਜਦੋਂ ਉਹਨੂੰ ਫੜ ਕੇ ਧਰਮ ਤਬਦੀਲ ਕੀਤਾ ਜਾਂਦਾ ਤੇ ਬਾਕੀ ਗੱਲਾਂ ਤਾਂ ਹੀ ਹੁੰਦੀਆਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਕਹਿੰਦੇ ਸੀ ਇਸਲਾਮ ਕਬੂਲ ਕਰੋ, ਵੀ ਇਹ ਬਣ ਕੇ ਸਾਰਾ ਹਿੰਦੁਸਤਾਨ ਬਣ ਜੂ ਮੁਸਲਮਾਨ, ਇਹ ਕਾਰਨ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਕਹਿੰਦੇ ਸੀ ਦੀਨੇ ਇਸਲਾਮ ਕਬੂਲ ਕਰ, ਵੀ ਜੇ ਕਰੂ ਤੇ ਖਾਲਸਾ ਪੰਥ ਮੁਸਲਮਾਨ ਬਣ ਜੂ, ਮਤਲਬ ਮੋਟੀ ਕਰ। ਔਰੰਗਜ਼ੇਬ ਨੇ ਅਮਰਨਾਥ ਮੰਦਿਰ ਕਿਉਂ ਢਾਇਆ? ਮਥੁਰਾ 'ਚ ਕਿੰਨੇ ਮੰਦਿਰ ਬਣੇ ਸੀ, ਦਿੱਲੀ 'ਚ ਕਿੰਨੇ ਮੰਦਿਰ ਸੀ, ਕੁਝ ਮੰਦਿਰ ਢਾਏ, ਕੁਝ ਛੱਡ ਦਿੱਤੇ ਉਹਨੇ। ਕਿਉਂ? ਧਾਰਮਿਕ ਸਥਾਨਾਂ ਤੇ ਅਟੈਕ ਕਰੋ, ਗੁਰਦੁਆਰੇ ਹੋਰ ਬੜੇ ਸੀ। ਅਕਾਲ ਤਖਤ ਸਾਹਿਬ ਤੇ ਹਮਲਾ 3 ਵਾਰੀ ਕਿਉਂ ਹੋਇਆ? ਦਿਲ ਹੈ, ਜਾਨ ਹੈ ਸਿੱਖ ਦੀ। ਜਦ ਦਿਲ ਤੇ ਜਾਨ ਤੇ ਸੱਟ ਵੱਜੂਗੀ ਤੇ ਤੜਫੂਗਾ, ਜਾਨ ਨਿਕਲੂਗੀ। ਗੁਰੂ ਨਾਨਕ ਸਾਹਿਬ ਜੀ ਜਦ ਮੰਨ ਲਓ ਵੀ ਜੇ ਧਰਮ ਤਬਦੀਲ ਕਰਦੇ ਆ, ਜੈਰਾਮ ਨੂੰ ਕਹਿਣਾ ਪੈਣਾ, ਬਾਕੀਆਂ ਨੂੰ ਕਹਿਣਾ ਪਊਗਾ, ਮੁਸਲਮਾਨ ਹੋ ਜਾਣਗੇ। ਕਹਿੰਦੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰਨ ਵਾਲੇ ਅੰਦਰੋਂ ਅਰਦਾਸ ਕਰਦੇ, ਮਹਾਰਾਜ ਸਾਡੀ ਪੱਤ ਰੱਖ ਲਿਓ। ਅੜਿਲ ਕਾਜੀ ਬੋਹਰ ਨਿਵਾਬ, ਨੀਰਲੇ ਕਰ ਤਬੈ, ਕਰ ਚਰਨ ਪਖਾਰ, ਕਰਿਓ ਸੁਧ ਤਨ ਸਬੈ। ਐਨੇ ਨੂੰ ਕਾਜੀ ਆਇਆ, ਕਿਉਂਕਿ ਅਜੇ ਅੰਦਰ ਖੜੇ ਸੀ ਸਾਰੇ। ਆਵਾਜ਼ ਦਿੱਤੀ ਹੈ ਵੀ ਜਿੰਨੇ ਵੀ ਅੰਦਰ ਨਮਾਜ਼ ਪੜ੍ਹਨ ਵਾਸਤੇ ਆਏ ਨੇ ਆਪਣਾ ਆਪਣਾ ਵਜ਼ੂ ਕਰੋ। ਉਹ ਕੀ ਹੈ? ਮੂੰਹ ਧੋਇਆ, ਕੁਰਲਾ ਕਰ, ਹੱਥ ਧਵਾਏ ਕੂਣੀਆਂ ਤੱਕ, ਗੋਡਿਆਂ ਤੋਂ ਲੈ ਕੇ ਪੈਰ ਧਵਾਏ। ਅੱਜ ਵੀ ਮੁਸਲਮਾਨ ਵੀਰ ਨਮਾਜ਼ ਪੜ੍ਹਨ ਤੋਂ ਇੱਦਾਂ ਕਰਦੇ ਆ ਕਿ ਸਾਡੇ ਵਾਲਾ ਲਾਣਾ ਤੇ ਪਾਠ ਕਰਨ ਤੋਂ ਪਹਿਲਾਂ ਨਹਾਉਂਦਾ ਵੀ ਨਹੀਂ। ਆਖੋ ਸਤਿਨਾਮ। ਬੜੇ ਵੇਖੇ ਇੱਦਾਂ ਦੇ, ਡਰ ਹੀ ਕੋਈ ਨਹੀਂ ਜੀ।
ਘਰੇ ਸਹਿਜ ਪਾਠ ਰੱਖਿਆ ਹੋਇਆ, ਕਹਿੰਦੇ ਲੈ ਬਾਬਾ ਸਾਡਾ ਹੀ ਹੈ। ਜਿਹੜੇ ਕੱਪੜੇ ਵਾਸ਼ਰੂਮ 'ਚ ਪਾਈ ਫਿਰਦੇ ਆ ਉਹੀ ਸਹਿਜ ਪਾਠ ਦੇ, ਜਿਹੜੇ ਕੱਪੜੇ ਬਾਜ਼ਾਰ ਪਾਈ ਫਿਰਦੇ ਆ ਉਹੀ ਗੁਰੂ ਗ੍ਰੰਥ ਸਾਹਿਬ ਦੀ ਤਾਬੇ। ਕਿੱਥੇ ਭਲਾ ਹੋ ਜੂ ਸਾਡਾ? ਅਸੀਂ ਤੇ ਗੁਰੂ ਨੂੰ ਆਪਣੇ ਕੱਪੜਿਆਂ ਦੇ ਬਰਾਬਰ ਵੀ ਨਹੀਂ ਸਮਝਦੇ ਆ। ਗੱਲਾਂ ਨਾਲ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ। ਕਮ ਸੇ ਕਮ ਸਿੱਖਾ ਇੰਨੀ ਅਕਲ ਨੂੰ ਹੱਥ ਮਾਰ, ਜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣਾ ਚਾਹੁੰਦਾ ਨਾ, ਉਹ ਵਸਤਰ ਪਾ ਕੇ ਆ ਜਿਹੜੇ ਕਿਸੇ ਨਾਲ ਸਪਰਸ਼ ਨਾ ਹੋਏ ਹੋਣ, ਕੇਵਲ ਸੁੱਚੇ ਵਸਤਰ ਹੋਣ, ਗੁਰੂ ਦੀ ਤਾਬਿਆ ਬਹਿਣ ਨਹੀਂ। ਸੁੱਚੇ ਵਸਤਰ, ਦਸਤਾਰ ਤੇਰੀ ਸੁੱਚੀ ਹੋਵੇ। ਕਦੇ ਜਾ ਕੇ ਜਿਹਦੀ ਮਰਜ਼ੀ ਗੱਲ ਕਰੋ, ਸ਼੍ਰੋਮਣੀ ਕਮੇਟੀ ਨੂੰ ਦੁਨੀਆ ਪੜ੍ਹਦੀ ਹੈ। ਕਦੇ ਉਹਦੇ ਗ੍ਰੰਥੀ ਸਿੰਘ ਜਿੰਨੇ ਹੋਣਗੇ ਨਾ ਤਾਬਿਆ ਬੈਠਣ ਵਾਲੇ, ਉਹਨਾਂ ਦੇ ਤੁਸੀਂ ਲੜਦੀ ਦੇਖੋਗੇ ਪਿੱਛੇ। ਕਿਉਂ? ਕਿਉਂਕਿ ਜੇ ਪਿੱਛੇ ਪਾਓਗੇ ਤੇ ਮੂੰਹ 'ਚ ਪਏਗਾ। ਜਿਹੜਾ ਲੜ ਮੂੰਹ 'ਚ ਪੈ ਗਿਆ ਪੱਗ ਝੂਠੀ ਹੋ ਜਾਂਦੀ ਹੈ। ਉਹਨਾਂ ਸਮਰਨ ਨੂੰ ਸੀਸੇ ਲੈਣਾ ਹੁੰਦਾ ਹੈ। ਜਿੰਨੇ ਵੀ ਗੁਰੂ ਕੇ ਗ੍ਰੰਥੀ ਪਾਠੀ ਸਿੰਘ ਹੋਣਗੇ, ਇਹ ਮਰਿਆਦਾ ਹੈ, ਦੱਸਣਾ ਸਾਡਾ ਫਰਜ਼ ਹੈ। ਉਹ ਆਪਣੀਆਂ ਪੱਗਾਂ ਵੀ ਉਹ ਬੰਨ੍ਹਦੇ ਨੇ ਜਿਹੜੀਆਂ ਮੂੰਹ 'ਚ ਨਾ ਪੈਂਦੀਆਂ ਹੋਣ। ਇਸੇ ਕਰਕੇ ਉਹਨਾਂ ਨੇ ਇੱਧਰ ਜੀ ਨੂੰ ਵੀ ਪੇਜ ਛੱਡੇ ਹੁੰਦੇ ਤੇ ਇੱਧਰ ਜੀ ਨੂੰ ਵੀ ਛੱਡੇ। ਇਹੀ ਕਾਰਨ ਹੁੰਦਾ ਹੈ। ਕਈ ਕਹਿੰਦੇ ਇਦਾਂ ਦੀਆਂ ਪੱਗਾਂ ਜਿਹੀਆਂ ਕਿਉਂ ਬੰਨ੍ਹਦੇ? ਭਾਈ ਬਿਨਾਂ ਲੜ ਤੋਂ ਪੱਗ ਹੁੰਦੀ ਹੈ ਤਾਂ ਜੋ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣਾ, ਕਿਤੇ ਝੂਠੀ ਪੱਗ ਟੱਚ ਨਾ ਹੋ। ਤੇ ਕੱਪੜੇ ਵੀ ਉਹ ਪਾਉਣੇ ਆ ਜੋ ਸਪੈਸ਼ਲ ਹੋਣਗੇ, ਸਿਰਫ ਉਹ ਦਰਬਾਰ 'ਚ ਹੀ ਬੈਠੇ। ਕਿਤੇ ਜੇ ਐਡੀ ਕਸੋਟੀ ਸਾਡੇ ਕੋਲ ਆ ਜੇ, ਬਾਣੀ ਭਾਵੇਂ ਘੱਟ ਪੜ੍ਹ ਲਿਓ, ਜੋ ਸਤਿਕਾਰ ਕੀਤਾ ਤੇ ਕਿਰਪਾ ਹੋਈ ਸਮਝੋ। ਉਹਨਾਂ ਮੁਸਲਮਾਨ ਵੀਰਾਂ ਨੇ ਕਹਿੰਦੇ ਉਜ਼ੂ ਕੀਤਾ, ਸਭ ਤੋਂ ਪਹਿਲਾਂ ਨਵਾਬ ਸਾਹਿਬ ਨੇ ਕੀਤਾ, ਕਾਜੀ ਨੇ ਕੀਤਾ, ਮੁਖੀ ਬੰਦੇ ਆ। ਕਹਿੰਦੇ ਮਰਦ ਕਰ ਲੋ। ਗੁਰੂ ਸਾਹਿਬ ਹੱਸ ਕੇ ਕਹਿੰਦੇ ਸਾਰਾ ਕੁਛ ਹੀ ਪਵਿੱਤਰ ਆਖੋ ਸਤਿਨਾਮ ਰਮਜਾਈ ਸੀ। ਜੇ ਮਨ ਮੈਲਾ ਤੇ ਫਿਰ ਸਾਰਾ ਕੁਝ ਹੀ ਮੈਲਾ ਹੈ। ਹੁਣ ਇਹਦਾ ਭਾਵੇਂ ਤਾਂ ਨਹੀਂ ਹੈ ਵੀ ਜੇ ਮਨ ਵਿੱਚ ਮੈਲਾ ਤੇ ਨਹਾਉਣਾ ਛੱਡ ਦਿਓ, ਵੀ ਆਪਾਂ ਕਾਹਨੂੰ ਨਹਾਉਣਾ। ਮਰਦ ਕਹਿੰਦੇ ਲੈ ਮਨ ਸਾਫ਼ ਹੋਣਾ ਚਾਹੀਦਾ। ਨਹੀਂ ਭਾਈ, ਮਰਿਆਦਾ ਹੈ। ਹੱਸ ਕੇ ਮਰਦ ਕਹਿੰਦੇ ਨਵਾਬ ਸਾਹਿਬ ਜੇ ਮਨ ਵਿੱਚ ਮੈਲਾ ਤੇ ਨਹਾਉਣ ਦਾ, ਕਹਿੰਦਾ ਨਹੀਂ ਤੁਸੀਂ ਕਰੋ। ਮਰਦ ਕਹਿੰਦੇ ਕੀ ਫਰਕ ਹੈ? ਗੁਰੂ ਸਾਹਿਬ ਨੇ ਮੁਖ ਧੋਲੇ, ਹੱਥ ਧੋਲੇ, ਪੈਰ ਧੋਲੇ। ਨਵਾਬ ਦੇ ਕੋਲ ਆ ਕੇ ਖੜੇ। ਹੁਣ ਨਵਾਬ ਨੂੰ ਤੇ ਤੌਲੀਏ ਤੂਲੀਏ ਦਿੱਤੇ ਜੀ, ਕਿਉਂਕਿ VIP ਬੰਦਾ ਹੈ, ਹੱਥ ਉੱਤੇ ਸੁੱਕੇ ਕਰਾਉਣੇ ਹੁੰਦੇ ਆ। ਮਰਦ ਨੂੰ ਕਹਿੰਦਾ ਨਾਨਕ ਜੀ ਅੱਜ ਅੱਲਾਹ ਪਾਕ ਮੌਲਾ ਦੀ ਤੁਹਾਡੇ ਤੇ ਫਜ਼ਲ ਹੋਣ ਲੱਗੀ ਹੈ। ਇਹ ਫਾਰਸੀ ਦਾ ਸ਼ਬਦ ਆ ਫਜ਼ਲ, ਇਸਲਾਮ 'ਚ ਵਰਤਿਆ ਜਾਂਦਾ ਵੀ ਤੁਹਾਡੇ ਤੇ ਕਿਰਪਾ ਹੋਣ ਲੱਗੀ ਹੈ। ਮਰਦ ਕਹਿੰਦੇ ਕਿਰਪਾ ਉਹਦੀ ਸਾਰੇ ਸੰਸਾਰ ਤੇ ਆਖੋ ਸਤਿਨਾਮ। ਮੈਂ ਸ਼ੁਕਰਗੁਜ਼ਾਰ ਹਾਂ ਉਸ ਮੌਲਾ ਦਾ ਜਿਹਨੇ ਸੁਭਾਗਾ ਸਮਾਂ ਬਖਸ਼ਿਆ ਏ। ਆਂਡੇ ਦੋਨੋਂ ਹੋਏ ਬਦਨ ਪਛਮ ਦਿਸ਼ਾ, ਹੋ ਕਰ ਧਾਨੂੰ ਹੋ ਕਰ ਧਰ ਜਾਨੂ ਕਾਨ, ਨਿਵੇ ਪੁੰਨ ਰਸਾ। ਹੁਣ ਮਸਜਿਦ ਸੀ ਪੱਛਮ ਵਾਲੇ ਪਾਸੇ। ਜਿੰਨੀਆਂ ਮਸਜਿਦਾਂ ਤੁਹਾਨੂੰ ਪੂਰੇ ਵਰਲਡ ਵਿੱਚ ਮਿਲਣਗੀਆਂ, ਪੱਛਮ ਵਾਲੇ ਪਾਸੇ ਨੂੰ ਹੁੰਦਾ ਹੈ, ਉਧਰ ਨੂੰ ਕਰਕੇ ਨਮਾਜ਼ ਪੜ੍ਹਦੇ ਆ। ਮੱਕਾ ਵੀ ਪੱਛਮ 'ਚ ਹੈ। ਬਾਣੀ ਲਿਖਦੀ ਹੈ ਪੱਛਮ ਅਲਹੁ ਕਾਮਾ। ਮੈਂ ਤਾਂ ਰੁਕ ਕੇ ਚੀਜ਼ਾਂ ਦੱਸਦਾ ਵੀ ਤੁਹਾਨੂੰ ਕਲੈਰੀਫਾਈ ਹੋ ਜਾਣ, ਸਮਝ ਆਵੇ। ਜੇ ਅੰਤ ਪਚੱਦਾ ਜਾਂ ਕੰਮ ਹੋ ਜੇ ਨਾ ਜੀ, ਫਿਰ ਉਹ ਸਾਖੀ ਵਾਲੇ ਕੰਮ ਹੁੰਦਾ ਹੈ। ਮੁਸਲਮਾਨ ਜਦ ਵੀ ਨਮਾਜ਼ ਪੜ੍ਹੇਗਾ ਪੱਛਮ ਵਾਲੇ ਪਾਸੇ ਮੂੰਹ ਕਰਕੇ ਪੜ੍ਹੇਗਾ। ਉਹ ਕਹਿੰਦੇ ਪੱਛਮ ਦਿਸ਼ਾ 'ਚ ਖੁਦਾ ਵਸਦਾ ਹੈ, ਮੱਕਾ ਉਧਰ ਹੈ। ਤੇ ਹਿੰਦੂ ਵੀ ਜਦ ਵੀ ਉਹ ਰਾਮ ਕਰਨਗੇ, ਮੰਤਰ ਪੜ੍ਹਨਗੇ, ਉਹ ਪੂਰਬ ਵਾਲੇ ਪਾਸੇ ਮੂੰਹ ਕਰਨਗੇ। ਆਖੋ ਸਤਿਨਾਮ। ਗੰਗਾ ਜਾਣਗੇ ਤੇ ਪੂਰਬ ਨੂੰ ਪਾਣੀ ਦੇ ਕਰਨਗੇ। ਚੱਲ ਬਾਬਾ ਠੰਡਾ ਕਰ ਦੇਣਾ ਸੂਰਜ ਦੇ ਨਾਲ। ਪਰ ਸਿੱਖ ਕਦੇ ਸਾਨੂੰ ਮਰਦ ਨੇ ਕਿਹਾ ਵੀ ਇੱਧਰ ਹਰਮੰਦਰ ਸਾਹਿਬ ਇੱਧਰ ਨੂੰ ਅਰਦਾਸ ਕਰ ਲੈ, ਇੱਧਰ ਹਜ਼ੂਰ ਸਾਹਿਬ ਆ। ਜੇ ਸਾਡੇ ਵਾਲੇ ਚੱਕਰ ਪੈ ਗਿਆ ਨਾ, ਆਪਾਂ ਤਾਂ ਕਨਫਿਊਜ਼ ਹੋ ਜਾਣਾ। ਜੇ ਉੱਪਰ ਨੂੰ ਵੇਖਾਂਗੇ ਤੇ ਹੇਮਕੁੰਟ ਸਾਹਿਬ ਉੱਚਾ, ਇੱਧਰ ਨੂੰ ਵੇਖਾਂਗੇ ਦਰਬਾਰ ਸਾਹਿਬ, ਇੱਧਰ ਫਤਿਹਗੜ੍ਹ ਸਾਹਿਬ, ਇੱਧਰ ਹਜ਼ੂਰ ਸਾਹਿਬ, ਇੱਧਰ ਪਟਨਾ ਸਾਹਿਬ, ਇੱਧਰ ਦਮਦਮਾ ਸਾਹਿਬ। ਧਰਤੀ ਨੂੰ ਵੇਖਾਂਗੇ ਭੂਰਾ ਸਾਹਿਬ। ਆਖੋ ਸਤਿਨਾਮ। ਭਾਵ ਸਾਡਾ ਤੇ ਸਤਿਗੁਰ ਹਰ ਥਾਂ ਦੇ ਹੀ ਹੈ, ਹਰ ਦਿਸ਼ਾ 'ਚ ਹੀ ਹੈ। ਸਾਨੂੰ ਤੇ ਦਿਸ਼ਾ ਭਰਮ 'ਚ ਨਹੀਂ ਨਾ ਪਾਇਆ। ਮਰਦ ਕਹਿੰਦੇ ਜੇ ਰੱਬ ਪੱਛਮ 'ਚ ਵਸਦਾ ਹੈ, ਭਗਤਾਂ ਨੇ ਬੜਾ ਕੁਝ ਲਿਖਿਆ ਬਾਣੀ ਵਿੱਚ, ਕਟਾਕਸ਼ ਕੀਤਾ ਹੋਇਆ ਹੈ। ਕਹਿੰਦੇ ਫਿਰ ਪੂਰਬ, ਉੱਤਰ ਤੇ ਦੱਖਣ, ਇੱਧਰ ਕਿਹੜਾ ਰੱਬ ਹੈ? ਉਹ ਤਾਂ ਡਿਪਾਰਟਮੈਂਟ ਕਿਸੇ ਹੋਰ ਦਾ ਹੋਣਾ। ਜੇ ਤੁਸੀਂ ਕਹਿੰਦੇ ਹੋ ਰੱਬ ਪੂਰਬ 'ਚ ਵਸਦਾ, ਰਾਮ ਜੀ ਇੱਧਰ ਨੇ, ਪਰਮਾਤਮਾ ਇੱਧਰ ਹੈ, ਕਹਿੰਦੇ ਫਿਰ ਇੱਧਰ ਵਾਲਾ ਫਿਰ ਪੱਛਮ ਵਾਲਾ ਬਣਨ ਦੇ ਦੂ ਕਿਸੇ ਨੂੰ? ਉਹ ਕਹਿੰਦਾ ਆਈ ਫਿਰ ਤੈਨੂੰ ਮੈਂ ਦੱਸੂ ਇੱਧਰ ਕਿਤੇ ਮੇਰੀ ਦਿਸ਼ਾ ਹੈ। ਨਹੀਂ, ਮਰਦ ਕਹਿੰਦੇ ਘੱਟ ਮੈਂ ਹਰ ਚੂਸ ਹੈ। ਉਹ ਘਟਾਵਾਂ ਹਰ ਥਾਂ 'ਚ, ਹਰ ਕਿਣਕੇ 'ਚ, ਹਰ ਜ਼ਰਰੇ ਵਿੱਚ ਪੱਛਮ ਵਾਲੇ ਪਾਸੇ ਮੂੰਹ ਕਰ ਲਿਆ। ਗੁਰੂ ਨਾਨਕ ਸਾਹਿਬ ਮਰਦ ਨੂੰ ਕਾਜੀ ਸਾਹਮਣੇ ਖੜਾ ਵਿਖਾਉਂਦਾ ਹੈ ਵੀ ਮੈਨੂੰ ਫੋਲੋ ਕਰ। ਉਹ ਤਾਂ ਸਾਹਮਣੇ ਖੜਾ ਅੱਜ ਨਵਾਬ ਦੇ ਪਿੱਠ ਕਰਕੇ ਵੀ ਮੈਨੂੰ ਵੇਖ ਇਹ ਕਰਨਗੇ, ਚਲੋ ਬਾਕੀ ਉਹਨੂੰ ਤੇ ਪਤਾ ਕਿੱਦਾਂ ਕਰਨਾ ਹੈ। ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੇ ਸਿਰ ਝੁਕਾਇਆ, ਪੁੱਟੇ ਸਿਰ ਤੇ ਖੜੇ ਆ, ਸਿਰ ਝੁਕਾਇਆ
ਧਰਤੀ ਵੱਲ ਨੀਵੇਂ ਹੋਏ ਨੇ। ਆਪ ਮਸੀਤਹ ਮਦ ਜਿਦੇ ਕਿਤ ਕਿਤ ਗਏ, ਪਰ ਪਰ ਧਰ ਸਿਰ ਉਠਤ ਬਾਰ ਬਹੁ ਬੇਅੰਨੇ। ਸਭ ਤੋਂ ਪਹਿਲਾਂ ਸਿੱਧੇ ਝੁਕੇ, ਹੱਥ ਇੱਥੇ ਕਰਕੇ ਛਾਤੀ ਕੋਲ। ਮੁਸਲਮਾਨ ਹਮੇਸ਼ਾ ਝੁਕਦਾ ਖੜਾ, ਬੈਂਡ ਹੋ ਜਾਂਦਾ। ਫਿਰ ਖੜੇ ਹੋਏ, ਫਿਰ ਉਹ ਲੰਮੇ ਹੋ ਗਏ, ਕੰਨ ਫੜੇ, ਸਲਾਮ ਕੀਤੀ, ਦੁਨੀਆ ਥੱਲੇ ਲਾ ਕੇ ਉੱਠ ਪਏ। ਮੇਰੇ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਨੇ ਵੇਖੀ ਜਾਂਦੇ ਵੀ ਕਰਦੇ ਕੀ ਨੇ ਆਖੋ ਸਤਿਨਾਮ। ਉਸ ਵੇਲੇ ਇੱਕ ਵਿਧਾਨ ਹੁੰਦਾ ਵੀ ਨਮਾਜ਼ ਪੜ੍ਹਨ ਵੇਲੇ ਨਾ ਕੋਈ ਕੁਛ ਹੋਵੇ ਬੋਲਣਾ ਨਹੀਂ ਹੁੰਦਾ, ਭਾਵੇਂ ਕੋਈ ਧਮਾਕਾ ਕਰਦੇ ਆ ਕਿ ਮੁਸਲਮਾਨ ਨਹੀਂ ਬੋਲਦਾ। ਸਾਡੇ ਵਾਲਾ ਕੰਮ ਥੋੜੀ ਪਾਠ ਕਰਦਾ ਓ ਕਾਕਾ ਚੱਲ ਆਇਆ ਬਰਾਂ ਚੱਲਦਾ ਬਾਹਰ ਹੁੰਦਾ ਹੈ। ਪੜ੍ਹਦੇ ਬਾਣੀ ਨੇ ਸੁਰਤ ਖਾਣ ਪੀਣ ਚ। ਹੋਰ ਮੈਂ ਵੇਖਿਆ ਅਸੀਂ ਵਿੱਚ ਹੀ ਨਾ ਸਹਿਜ ਪਾਠ ਖੰਡ ਪਾਠ ਸਾਹਿਬ ਚੱਲਦਾ ਹੋਊਗਾ, ਥੱਲੇ ਫੋਨ ਚੱਲੀ ਜਾਂਦਾ ਵੀ ਕਿਹਦਾ ਆ ਗਿਆ, ਕਿਹਦਾ ਕੱਟਣਾ, ਕਿਹਦਾ ਕਿੱਥੇ ਭਲਾ ਹੋਣਾ ਸਾਡਾ। ਸਿੱਖੀਏ ਮੁਸਲਮਾਨ ਵੀਰਾਂ ਤੋਂ। ਜਦ ਉਹ ਨਮਾਜ਼ ਪੜ੍ਹਦੇ ਨੇ, ਕੋਈ ਮੁਸਲਮਾਨ ਨੂੰ ਜਾ ਕੇ ਕਹੇ ਨਾ ਵੀ ਤੇਰਾ ਪਿਓ ਚੜਾਈ ਕਰ ਗਿਆ, ਉਹ ਸੁਣਦਾ ਵੀ ਹੈ। ਕਹਿੰਦਾ ਇਸ ਵੇਲੇ ਮੈਂ ਤੇ ਮੇਰਾ ਰੱਬ ਜੁੜੇ ਹੋਏ ਆ। ਜੀ ਇਹ ਮਿਸਾਲ ਸਿੱਖਣੀ ਆ ਸੱਚਖੰਡ ਹਰਿਮੰਦਰ ਸਾਹਿਬ 1984 ਵੇਲੇ ਜਦੋਂ ਗੋਲੀ ਚੱਲਦੀ ਸੀ, ਰਾਗੀ ਸਿੰਘ ਕੀਰਤਨ ਕਰਦੇ ਸੀ, ਅਰਦਾਸੀਆ ਅਰਦਾਸ ਕਰਦਾ ਸੀ, ਗ੍ਰੰਥੀ ਸਿੰਘ ਮੁੱਖ ਵਾਕ ਲੈਂਦਾ ਸੀ, ਚੱਲਦੀਆਂ ਗੋਲੀਆਂ ਵੱਧਦੀਆਂ ਰਹੀਆਂ, ਕੋਈ ਅਰਦਾਸ ਨਹੀਂ ਟੁੱਟੀ। ਆਖੋ ਸਤਿਨਾਮ। ਇਹ ਹੁੰਦੀ ਸਿੱਖੀ। ਸਿੱਖਾਂ 'ਚ ਕਮੀਆਂ ਨਹੀਂ ਹੈ। ਉਹ ਜੇ ਕੋਈ ਮੇਰੇ ਵਰਗੇ ਨੂੰ ਸਿੱਖ ਸਮਝ ਕੇ ਭੁਲੇਖਾ ਕਰੇ ਫਿਰ ਤੇ ਭਾਈ ਮਾਫ ਕਰੇ। ਹੁਣ ਜੇ ਕੋਈ ਮੈਨੂੰ ਆਖੇ ਵੀ ਮੈਂ ਤੂੰ ਮੇਰਾ ਆਈਡਲ ਆ ਭਾਈ, ਮੈਂ ਤੈਨੂੰ ਵੇਖ ਕੇ ਸਿੱਖ ਬਣਿਆ, ਨਾ ਭਾਈ ਮੈਨੂੰ ਵੇਖ ਕੇ ਨਾ ਬਣੀ। ਗੁਰੂ ਨਾਨਕ ਦੇ ਸਿੱਖਾਂ ਨੂੰ ਵੇਖ ਜਿਨ੍ਹਾਂ ਦੀ ਅਰਦਾਸ ਰੋਜ਼ ਕਰਦਾ ਹੈ। ਸਾਡੇ ਵਰਗਿਆਂ ਦਾ ਕੀ ਹੈ ਇੱਥੇ ਹੋਰ ਕੱਲ ਹੋਰ ਬੱਚੇ ਕੱਢੇ ਅਸੀਂ। ਹੁਣ ਜਿਸ ਵੇਲੇ ਨਮਾਜ਼ ਅਦਾ ਹੋਣ ਲੱਗੀ ਨਾ ਜੀ, ਉਹ ਝੁਕੇ ਨੇ, ਕਦੇ ਹੱਥ ਚੁੰਮਦੇ ਆ, ਕੋਈ ਇਦਾਂ ਕਰਦੇ ਆ। ਇਹ ਹੁਣ ਤੁਹਾਨੂੰ ਸਾਰੇ ਫੀਚਰਾਂ ਦਾ ਪਤਾ, ਮੈਂ ਤੇ ਕਰਕੇ ਹੋਣੇ ਨਹੀਂ ਹੈ ਪਤਾ ਤੁਹਾਨੂੰ ਸਾਰੇ ਕਿੱਦਾਂ ਪੜ੍ਹਦੇ ਆ। ਜਦ ਕਹਿੰਦੇ ਝੁਕ ਝੁਕ ਕੇ ਨਮਾਜ਼ਾਂ ਕਰਨ, ਮੇਰੇ ਸਤਿਗੁਰ ਚੁੱਪ ਚਪੀਤੇ ਹੱਥ ਅੱਗੇ ਕਰਕੇ ਖੜੇ, ਹੱਥ ਪਿੱਛੇ ਨਹੀਂ ਕੀਤੇ ਉਹਨਾਂ ਨੇ। ਫਿਰ ਵੀ ਖੁਦਾ ਦਾ ਘਰ ਹੈ, ਰੱਬ ਦਾ ਘਰ ਹੈ ਮਸਜਿਦ। ਹੱਥ ਅੱਗੇ ਕਰਕੇ ਮਰਦ ਖੜੇ ਆ। ਵੇਖ ਨਵਾਬ ਨੇ ਲਿਆ ਟੇਢੀ ਅੱਖ ਕਰਕੇ ਵੀ ਇਹ ਨਹੀਂ ਬੰਦਾ ਬਣਦਾ ਸਤਿਨਾਮ। ਲੈ ਕੇ ਇਹਨੂੰ ਨਮਾਜ਼ ਪੜ੍ਹਨ ਵਾਸਤੇ ਆਇਆ। ਉਹ ਨਵਾਬ ਹੈ ਜੀ, ਉਹ ਇਦਾਂ ਹੀ ਬੋਲਦਾ ਹੈ, ਰਾਜਾ ਉਹ ਵੀ ਇਹ ਕਿਉਂ ਨਹੀਂ ਪੜ੍ਹਦਾ। ਖੜ ਵੀ ਗਿਆ ਤੇ ਖੜਨ ਤੇ ਪੜ੍ਹਨ 'ਚ ਕੀ ਫਰਕ ਹੈ। ਜੇ ਬੰਦਾ ਮੰਦਰ ਜਾ ਆਇਆ ਤੇ ਫਿਰ ਇਹਦਾ ਮਤਲਬ ਉਹ ਆਸਥਾ ਤੇ ਰੱਖਦਾ ਹੀ ਹੈ। ਗੁਰਦੁਆਰੇ ਉਹੀ ਆਊਗਾ ਜੀ ਜਿਹੜਾ ਸ਼ਰਧਾ ਮਾੜੀ ਮੋਟੀ ਰੱਖਦਾ। ਜੇ ਮਾੜੀ ਮੋਟੀ ਵੀ ਹੈ ਤੇ ਗੁਰਦੁਆਰੇ 'ਚ ਜਿਹੜਾ ਕੱਟੜ ਨਾਸਤਕ ਬੰਦਾ ਲੈ ਕਰ ਲੋ ਮਿੰਤਾਂ, ਯਾਤਰਾ ਚੱਲੀਏ ਗੁਰਦੁਆਰੇ ਕਹਿੰਦਾ ਯਾਰ ਬੇਟਿਆਂ ਦਾ ਕੰਮ ਨਹੀਂ ਨਾ, ਜਿਹਦੀ ਭਾਵਨਾ ਉਹ ਆਊਗਾ। ਉਹ ਕਹਿੰਦੇ ਚੱਲ ਆ ਤੇ ਗਿਆ ਇੱਥੇ ਗੁਰੂ ਸਾਹਿਬ ਨੇ ਵੇਖਿਆ ਵੀ ਮੈਂ ਕਿਹਦੇ ਨਾਲ ਪੜ੍ਹਾਵਾਂ। ਸਰੀਰ ਇਹਨਾਂ ਦੇ ਮਸਜਿਦ 'ਚ ਖੜੇ ਆ, ਮਨ ਕਿਸੇ ਦਾ ਹਾਜ਼ਰ ਹੀ ਨਹੀਂ। ਆਖੋ ਸਤਿਨਾਮ। ਮਨ ਕਰਕੇ ਕੌਣ ਆ ਇੱਥੇ। ਬਾਣੀ ਲਿਖਦੀ ਹੈ ਮਨ ਕਰ ਕਬਹੁ ਨਾ ਹਰ ਗੁਣ ਗਾਵੇ, ਬਾਤ ਨਹੀਂ ਮੈਂ ਕੁੱਠ ਗਰਾਵੇ। ਉਹ ਬੰਦਿਆ ਕਦੇ ਰੱਬ ਦੇ ਗੁਣ ਗਾਏ ਮਨ ਕਰਕੇ। ਅਸੀਂ ਅਰਦਾਸ ਕਰਦੇ ਆ, ਮਨ ਸਾਡਾ ਨਹੀਂ ਹੁੰਦਾ ਉੱਥੇ। ਅਸੀਂ ਬਾਣੀ ਪੜ੍ਹਦੇ ਆ, ਮਨ ਸਾਡਾ ਨਹੀਂ ਹੁੰਦਾ। ਅਸੀਂ ਸਤਸੰਗ ਵਿੱਚ ਬੈਠੇ ਆ, ਮਨ ਨਹੀਂ ਹੁੰਦਾ। ਇਹੀ ਕਾਰਨ ਆ ਜੇ ਤੱਕ ਕਿਰਪਾ ਨਹੀਂ ਹੁੰਦੀ। ਇੱਥੇ ਖੁਸ਼ ਨਾ ਹੋ ਵੀ ਮਸਜਿਦ ਵਿੱਚ ਸਾਰੇ ਆਲੇ ਦੁਆਲੇ ਤੁਰੇ ਫਿਰਦੇ ਮਨ ਕਰਕੇ, ਆਪਾਂ ਵਿੱਚ ਹੀ ਆ। ਇਹ ਕੋਈ ਸਾਖੀ ਨਹੀਂ ਚੱਲਦੀ, ਇਹ ਸਾਖੀ ਰੂਪ ਹੈ, ਇਤਿਹਾਸ ਸਮਝਾਉਣ ਵਾਸਤੇ ਬੰਦਿਆਂ ਦੀ। ਉਹ ਮਸਜਿਦ ਵਾਲੇ ਗੈਰ ਹਾਜ਼ਰ ਸੀ, ਤੂੰ ਕਿੰਨਾ ਕੁ ਹਾਜ਼ਰ ਆਖੋ ਸਤਿਨਾਮ। ਅਸੀਂ ਕਹਿੰਦੇ ਜਿੱਦਣ ਇੱਕ ਪਲ ਵੀ ਹਾਜ਼ਰ ਹੋ ਗਈ ਉਦੋਂ ਕਿਰਪਾ ਹੋ ਜਾਂਦੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਜੇ ਵੇਖਦੇ ਕਦੇ ਖੱਬੇ ਵੇਖਦੇ, ਫੀਚਰ ਬੜੇ ਸੋਹਣੇ ਕਰਦੇ ਆ। ਐਂ ਵਿਖਾਉਂਦੇ ਪਤਾ ਨਹੀਂ ਕਿੰਨਾ ਪਿਆਰਾ ਹੈ ਖੁਦਾ। ਕਹਿੰਦੇ ਯਾਰ ਇਹ ਔਖਾ ਹੈ ਵੀ ਮੈਨੂੰ ਕਹਿੰਦੇ ਨਮਾਜ਼ ਪੜ੍ਹਨੀ ਹੈ, ਇਹਨਾਂ 'ਚ ਪੜ੍ਹਨ ਵਾਲੇ ਕੋਈ ਹੈ ਨਹੀਂ। ਰੱਟੇ ਲੱਗੇ ਆ ਨਾ ਜੀ, ਸਾਡੇ ਵੀ ਲੱਗੇ ਹੁੰਦੇ ਆ। ਰਹਿ ਰਾਸ ਦਾ ਪਾਠ ਕਰੀਦਾ, ਚੱਲੀ ਜਾਂਦਾ ਕਾਹੇ ਰੇ ਮਨ ਚਿਤ ਪਏ ਉਤਮ ਜਾ ਹਰ ਹਰ ਜੀਵ ਕਰਿਆ ਕੌਣਾ ਗਿਆ ਖੁਦ ਗਿਆ। ਸਾਰਿਆਂ ਦਾ ਹੀ ਨਾ। ਹਾਂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਉਹ ਵੱਖਰੇ ਆ ਭਾਈ। ਮੇਰੇ ਵਰਗੇ ਦਾ ਜ਼ਿਕਰ ਹੈ। ਇਹ ਕੱਚੇ ਪੱਲੇ ਅਰਦਾਸ ਚੱਲਦੀ ਆ, ਉਹਨੂੰ ਪਤਾ ਹੀ ਹੈ ਵੀ ਇਹ ਸੱਤ ਕਬੌਲੀਆਂ ਯਾਦ ਹੀ ਨੇ ਚੱਲੀ ਜਾਂਦੇ ਆ। ਤੇ ਕਈ ਵਾਰ ਸਾਡੇ ਨਾਲ ਹੁੰਦਾ ਨਾ, ਪੜ੍ਹਦੇ ਅਸੀਂ ਜਪਜੀ ਸਾਹਿਬ ਹੁੰਦੇ ਆ। ਮੇਰੇ ਨਾਲ ਵੀ ਇੱਕ ਦੋ ਵਾਰ ਹੋਏ, ਇੱਕ ਦੋ ਵਾਰ ਯਾਤਰਾ ਦਾ ਹੁੰਦੇ ਨਾ, ਮੈਂ ਰਹਿਰਾ ਸਾਹਿਬ ਸ਼ੁਰੂ ਕਰ ਲਈ, ਧਿਆਨ ਮੇਰਾ ਹੈ ਨਹੀਂ ਸੀ। ਚਲੋ ਵੀ ਬਾਕੀ ਪੜ੍ਹਦੇ, ਮੈਂ ਵੀ ਪੜ੍ਹਦਾ, ਸੱਚ ਬੋਲਣਾ ਚਾਹੀਦਾ। ਮੈਂ ਬਾਅਦ ਚੋਂ ਵੇਖਿਆ, ਮੈਂ ਜਲਦੀ ਰਹਿ ਰਹਾ ਸਾਂ, ਕੀ ਹੋ ਗਿਆ, ਸਮੋਕ ਪਵਨ ਗੁਰੂ ਪਾਣੀ ਤੇ ਕੰਮ ਦੂਜੇ ਪਾਸੇ ਹੋ ਗਿਆ। ਫਿਰ ਸੋਚਿਆ ਵੀ ਚਲਦੀ ਸੋਦਰ ਸੀ, ਮੈਂ ਜਪਜੀ ਤੇ ਪਹੁੰਚ ਗਿਆ, ਕਹਿ ਹਾਜ਼ਰ ਸੀ। ਸਭ ਨਾਲ ਹੁੰਦਾ ਹੈ। ਇਹ ਨਹੀਂ ਹੈ ਵੀ ਕੋਲ ਅਰਜਿੰਦਰ ਸਿੰਘ ਗੈਰ ਹਾਜ਼ਰ ਤੇ ਮੈਂ ਬੜਾ ਮਹਾਨ ਆ। ਇਹ ਭਾਈ ਸਾਹਿਬ ਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਜੇ ਪੜ੍ਹਦੇ ਆ ਚਿੱਤ ਇੱਥੇ ਰਵੇ। ਬੜੀ ਵਾਰ ਹੁੰਦਾ ਏ
ਜਪਜੀ ਸਾਹਿਬ ਪੜ੍ਹਦੇ ਆ, ਸਮਾਪਤੀ ਰਹਿਰਾ ਸਾਹਿਬ ਤੇ ਸਾਹਿਬ ਕੋਈ ਟੇਕ ਨਾਨਕ ਮਨ ਵਾਹੇ, ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਚੱਲਣ ਦੇ ਪਾਠ ਹੀ ਹੈ, ਕੋਈ ਰੋਣਾ ਨਹੀਂ। ਹੁਣ ਜਦੋਂ ਮਰਦ ਨੇ ਵੇਖਿਆ ਵੀ ਗੈਰ ਹਾਜ਼ਰ ਨੇ ਬੰਦੇ, ਫਿਰ ਜੇ ਮੈਂ ਨਮਾਜ਼ ਪੜ੍ਹਾਂ ਮਾੜੀ ਗੱਲ ਹੈ, ਮੈਂ ਇਕੱਲਾ ਪੜ੍ਹਾਂ ਗੈਰ ਮੁਸਲਿਮ ਹੋ ਕੇ, ਇਹ ਮੁਸਲਮਾਨ ਹੋ ਕੇ ਨਹੀਂ ਪੜ੍ਹਦੇ, ਇਹਦੇ ਨਾਲ ਨਾ ਹੀ ਪੜ੍ਹਨਾ ਚੰਗਾ ਹੈ, ਨਾ ਪੜ੍ਹਨਾ ਚੰਗਾ ਹੈ। ਚੁੱਪ ਚਪੀਤੇ ਸਤਿਗੁਰ ਖੜੇ ਰਹੇ, ਪਤਾ ਕਾਜੀ ਨੂੰ ਵੀ ਲੱਗ ਗਿਆ, ਭਾਵੇਂ ਉਹ ਨਮਾਜ਼ ਪੜ੍ਹਦਾ ਸੀ ਧਿਆਨ ਤੇ ਉਹਦਾ, ਪਰ ਇੱਧਰ ਹੀ ਹੈ ਨਾ ਵੀ ਫੌਲੋ ਸਾਡਾ ਫੌਲੋ ਕਰਦਾ ਕਿ ਨਹੀਂ ਕਰਦਾ। ਨਵਾਬ ਨੂੰ ਇੱਕ ਚੜੇ ਕੋਠੇ, ਚਲੋ ਉਹਨੇ ਮਰਦ ਤੋਂ ਖਿਆਲ ਹਟਾਇਆ ਵੀ ਬਾਅਦ ਚੋਂ ਵੇਖਾਂਗੇ, ਪਰ ਇਸ ਵੇਲੇ ਨਵਾਬ ਨਮਾਜ਼ ਪੜ੍ਹਦਾ ਹੈ, ਅਦਾ ਕਰਦਾ ਹੈ, ਕਦੇ ਮੁੱਦਾ ਹੁੰਦਾ ਹੈ, ਕਦੇ ਸਿੱਧਾ ਹੁੰਦਾ ਹੈ, ਅੱਲਾ ਨੂੰ ਨਮਸਕਾਰਾ ਕਰਦਾ ਹੈ, ਕਦੇ ਧਰਤੀ ਚੁੰਮਦਾ ਹੈ, ਕਦੇ ਕੰਨ ਫੜ ਕੇ ਕਹਿੰਦਾ ਹੈ ਅੱਲਾ ਬਖਸ਼ੀ। ਔਗਣ ਬੜੇ ਹਨ ਕਰਕੇ ਪੂਰ ਨਿਵਾਜ, ਸੋ ਨਾਨਕ ਸੋ ਕਹੇ, ਹੋ ਠਾਂਡੋ ਕਿਉ ਤੁਮ ਰਹੇ, ਨਾ ਡਰ ਮੈਂ ਆਹੇ। ਜਦੋਂ ਨਮਾਜ਼ ਸਮਾਪਤ ਹੋਈ, ਫਤਿਹ ਹੋਈ, ਭਾਵ ਨਮਾਜ਼ ਪੜ੍ਹ ਕੇ ਹਟਿਆ ਹੈ, ਸਮੇਂ ਦਾ ਨਮਾਜ਼ ਨਿਮਰਤਾ ਚਾਹੀਦੀ ਹੈ। ਸਾਡੇ ਹੱਥ ਗੁਟਕਾ ਸਾਹਿਬ ਹੋਵੇ, ਅਸੀਂ ਪਾਠ ਪੜ੍ਹ ਕੇ ਹਟੇ ਹਾਂ ਤੇ ਸਾਹਮਣੇ ਕੋਈ ਬੋਲ ਪਾ, ਸੀ ਤੇ ਇਦਾਂ ਪੈਂਦੇ ਜਿੱਦਾਂ ਕਿਤੇ ਮਜ਼ਾਇਲ ਲਿਖੀ ਹੁੰਦੀ ਚਾਈਨਾ ਦੀ, ਟੁੱਟ ਕੇ ਪੈਂਦੇ। ਬੰਦਾ ਸੋਚਦਾ ਯਾਰ ਜੇ ਪਾਠ ਵਿੱਚ ਇੰਨਾ ਕਰੰਟ ਆ, ਫਿਰ ਆਪਾਂ ਤਾਂ ਨਹੀਂ ਕਰਦੇ ਵੀ ਜੇ ਇੰਨਾ ਇਹ ਓਵਰਲੋਡ ਹੋਇਆ ਫਿਰਦਾ ਹੈ, ਤੇ ਨਿਮਰਤਾ ਹੀ ਨਹੀਂ ਹੈ। ਨਵਾਬ ਗੁਰੂ ਨਾਨਕ ਸਾਹਿਬ ਨੂੰ ਟੁੱਟ ਕੇ ਪੈ ਗਿਆ ਜੀ, ਕਹਿੰਦਾ ਤੂੰ ਨਮਾਜ਼ ਕਿਉਂ ਨਹੀਂ ਪੜ੍ਹੀ? ਮੈਂ ਵੇਖ ਰਿਹਾ ਤੇਰੇ ਵੱਲ, ਤੂੰ ਅੱਲਾ ਦੇ ਘਰ ਵਿੱਚ ਖੜ ਕੇ ਤੈਨੂੰ ਡਰ ਨਹੀਂ ਕੋਈ, ਚੁੱਪ ਚਪੀਤਾ ਖੜਿਆ ਹੈ, ਤੂੰ ਅੱਲਾ ਦਾ ਤਿਰਸਕਾਰ ਕਰਦਾ ਹੈ, ਨਰਾਦਰ ਕਰਦਾ ਹੈ। ਉਹ ਬੜਾ ਕੌੜਾ ਹੋਇਆ ਜੀ, ਜਦ ਕਿ ਜੇ ਉਹਨੇ ਰੱਬ ਦੀ ਭਗਤੀ ਕੀਤੀ ਹੁੰਦੀ ਤੇ ਫਿਰ ਮਿੱਠੇ ਬੋਲਣਾ ਮੰਦਰ ਤੇ ਗੁਰਮੁਖਾ ਕੀ ਗੱਲ ਹੋ ਗਈ ਤੈਨੂੰ, ਤੂੰ ਕਿਉਂ ਇਦਾਂ ਸੀ? ਬਸ ਹੁਣ ਤੁਸੀਂ ਇਹ ਗੱਲ ਸਮਝ ਲਓ। ਤੇ ਅੱਜ ਕੱਲ ਦੇ ਜਿਹੜੇ ਮਰਜ਼ੀ ਸਿੱਖ ਨੂੰ ਟੀਕਾ ਲਾ ਕੇ ਚੈੱਕ ਕਰ ਲਓ, ਅੱਖ ਸਾਡੇ ਨਾਮ ਮੈਂ ਬੜਾ ਧਮਾਕਾ ਹੀ ਹੋਇਆ ਪਿਆ। ਛੇੜੋ ਤੇ ਸਹੀ ਕਿਸੇ ਨੂੰ ਵੀ ਤੈਨੂੰ ਸੇਵਾ ਨਹੀਂ ਕਰਨੀ ਆਉਂਦੀ, ਤੈਨੂੰ ਪਾਠ ਨਹੀਂ ਕਰਨਾ ਆਉਂਦਾ, ਦੱਸ ਦੂ ਤੁਹਾਨੂੰ ਵੀ 220 ਵੋਲਟ ਨਹੀਂ ਹੈ ਇਹ, 240 ਹੈ। ਛੇੜ ਤੇ ਸਹੀ ਕਿਤੇ ਕੋਈ ਘੱਟ ਨਹੀਂ ਹੈ ਭਾਈ। ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ, ਉਹਨਾਂ ਨੂੰ ਕੋਈ ਮੰਦੇ ਬੋਲ ਵੀ ਕਹਦੇ ਬੋਲਦੇ ਆਨੰਦ ਆਨੰਦ। ਗੁਰੂ ਨਾਨਕ ਸਾਹਿਬ ਨੂੰ ਟੁੱਟ ਕੇ ਬਹਿ ਗਿਆ ਨਵਾਬ, ਉਹਨੇ ਜ਼ਲੀਲ ਕੀਤਾ ਸਾਰਿਆਂ ਸਾਹਮਣੇ। ਕਾਜੀ ਤੇ ਬੋਲ ਨਹੀਂ ਸਕਦਾ ਸੀ ਕਿਉਂਕਿ ਨਵਾਬ ਵੱਡਾ ਹੈ, ਨਵਾਬ ਲੈ ਕੇ ਆਇਆ। ਕਹਿੰਦਾ ਤੂੰ ਕਿਉਂ ਨਹੀਂ ਪੜ੍ਹੀ? ਉਹ ਤੂੰ ਸ਼ਬਦ ਵਰਤਦਾ ਮਨ ਕਿਉਂ ਨਹੀਂ ਪੜ੍ਹੀ? ਮਾਸ ਖੜਾ ਕੀ ਕਰਦਾ ਸੀ? ਤੇਰੇ ਸਾਹਮਣੇ ਸਾਰੇ ਖੜੇ, ਕਾਜੀ ਜੀ ਤੇਰੇ ਕਰਕੇ ਅੱਗੇ ਖੜੇ ਆ, ਤੂੰ ਨਮਾਜ਼ ਅਦਾ ਕਿਉਂ ਨਹੀਂ ਕੀਤੀ? ਨਾਨਕ ਆਨਨ ਭਨੈ, ਖਾਨ ਕਾਨੇ ਸੁਣੇ, ਕੀ ਸੰਗ ਕਰੋ ਨਿਵਾਜ, ਲਾਜ ਨਹਿ ਤੁਮ ਮਨੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੇ ਮਿੱਠੇ ਸ਼ਬਦ ਬੋਲੇ, ਕੌੜੇ ਸ਼ਬਦ ਸੁਣ ਕੇ ਕਹਿੰਦੇ ਖਾਨ ਸਾਹਿਬ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਇੱਥੇ ਤੇ ਕਿਸੇ ਨੂੰ ਸ਼ਰਮ ਹੈ ਹੀ ਨਹੀਂ। ਆਖੋ ਸਤਨਾਮ ਸ਼੍ਰੀ ਅਕਾਲ। ਆਹ ਸ਼ਬਦ ਬੋਲੇ ਗੁਰੂ ਸਾਹਿਬ ਨੇ, ਕਹਿੰਦੇ ਕਿਸੇ ਨੂੰ ਮਸਜਿਦ ਵਿੱਚ ਖੜੇ ਨੂੰ ਸ਼ਰਮ ਹੈ? ਕਿਹਦੇ ਨਾਲ ਪੜ੍ਹਾਂ ਮੈਂ ਨਮਾਜ਼? ਥੋੜਾ ਜਿਹਾ ਸੈੱਟ ਜਾ ਹੋ ਗਿਆ ਨਵਾਬ, ਕੀ ਬੋਲਦਾ ਹੈ? ਉਹ ਲੋਕ ਕਹਿੰਦੇ ਸੱਚੀ ਉਹ ਚੱਲਾ। ਆਖੋ ਸਤਨਾਮ, ਪਤਾ ਹੀ ਲੱਗਦਾ ਬੋਲਣ ਦਾ। ਬੜੇ ਪਿਆਰ ਦੇ ਸ਼ਬਦ ਪਹਿਲਾਂ ਬੋਲੇ, ਲਾਸਟ ਵਿੱਚ ਮਹਾਰਾਜ ਨੇ ਕਹਿਤਾ ਕਹਿੰਦੇ ਮੈਂ ਨਮਾਜ਼ ਪੜ੍ਹਾਂ ਕਿਹਦੇ ਨਾਲ? ਇੱਥੇ ਸ਼ਰਮ ਹੈ ਕਿਸੇ ਨੂੰ? ਸ਼ਰਮ ਦਾ ਘਾਟਾ ਆਪਾਂ ਨੂੰ ਵਰਤਦੇ ਸ਼ਬਦ। ਕਹਿੰਦੇ ਕਾਜੀ ਨੂੰ ਗੁੱਸਾ ਚੜ ਗਿਆ ਵੀ ਰੱਬ ਦੇ ਘਰ 'ਚ ਮਾੜਾ ਬੋਲਦਾ ਹੈ, ਕੀ ਬੋਲਦਾ ਹੈ? ਪਰ ਉਹ ਬੇਵੱਸ ਸੀ, ਚੁੱਪ ਰਿਹਾ ਵੀ ਨਵਾਬ ਸਾਹਿਬ ਸਾਹਮਣੇ ਮੈਂ ਕੀ ਬੋਲਣਾ। ਨਵਾਬ ਆਖਣ ਲੱਗੇ ਕਹਿੰਦੇ ਅਸੀਂ ਇਹੋ ਜਿਹਾ ਕੀ ਕਰਤਾ? ਨਮਾਜ਼ ਤੂੰ ਨਹੀਂ ਪੜ੍ਹੀ, ਮੱਥਾ ਤੂੰ ਨਹੀਂ ਟੇਕਿਆ, ਸਜਦਾ ਤੂੰ ਨਹੀਂ ਕੀਤਾ, ਉਲਟਾ ਸਾਡੇ ਤੇ ਰੋਹ ਝਾੜਦਾ ਏ। ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ, ਹੋ ਸਿਜਦੇ ਸਮੇਂ ਸਕਲਪ ਕੰਧਾਰ ਪਠਾਇਆ। ਨਵਾਬ ਨੇ ਪਾ ਲਿਆ ਰੌਲਾ, ਲੜ ਪਿਆ ਗੁਰੂ ਸਾਹਿਬ ਨਾਲ, ਕਹਿੰਦਾ ਤੁਸੀਂ ਮੈਨੂੰ ਐਵੇਂ ਕਿਵੇਂ ਬੋਲਿਆ? ਮਰਦ ਕਹਿੰਦੇ ਭਾਈ ਮਨ ਤੇ ਤੇਰਾ ਗੈਰ ਹਾਜ਼ਰ, ਸਰੀਰ ਕਰਕੇ ਤੂੰ ਮਸਜਿਦ ਦੇ ਵਿੱਚ ਕਦੇ ਅੱਲਾਹੂ ਅਕਬਰ ਕਰਦਾ, ਕਦੇ ਸਲਾਮ ਕਰਦਾ, ਕਦੇ ਸਜਦਾ ਕਰਦਾ, ਤੂੰ ਇੱਥੇ ਨਹੀਂ ਸੀ। ਉਹਨੂੰ ਇਹ ਸੀ ਵੀ ਇਹਨੂੰ ਫਕੀਰ ਨੂੰ ਕੀ ਪਤਾ, ਕਮਲੇ ਨੂੰ। ਕਹਿੰਦਾ ਫਿਰ ਮੈਂ ਕਿੱਥੇ ਸੀ? ਮਰਦ ਕਹਿੰਦੇ ਕਧਾਰ ਤੁਰਿਆ ਫਿਰਦਾ ਸੀ। ਆਖੋ ਸਤਨਾਮ। ਕਧਾਰ ਕਿੱਥੇ ਆ ਜੀ? ਅਫਗਾਨਿਸਤਾਨ। ਕਹਿੰਦੇ ਫਿਰਦਾ ਇੱਥੇ ਸੁਲਤਾਨਪੁਰ ਲੋਧੀ, ਤੂੰ ਮੱਥੇ ਮੁੱਥੇ ਅੱਲਾ ਨੂੰ ਇੱਥੇ ਟੇਕੀ ਜਾਂਦਾ, ਤੁਰਿਆ ਕਧਾਰ ਚ ਫਿਰਦਾ। ਗੱਲ ਠੀਕ ਸੀ, ਸੱਚ ਸੀ।
ਜਦੋਂ ਗੱਲ ਸੱਚੀ ਕੋਈ ਫੜ ਲੈ ਨਾ ਫਿਰ ਜ਼ੁਬਾਨ ਤਤਲਾਉਣ ਲੱਗ ਪੈਂਦੀ ਹੈ, ਸ਼ਬਦਾਂ ਦੇ ਵਿੱਚ ਸੰਧਿਆ ਨਹੀਂ ਰਹਿੰਦੀ ਬੰਦੇ ਦੀ। ਉਹ ਰੋਹ ਜਾਰੀ ਰਹਿੰਦਾ। ਇੱਕ ਬੰਦਾ ਤੁਹਾਡੇ ਤੋਂ ਰੋਹ ਮਾਰੀ ਜਾਵੇ ਵੀ ਮੈਂ ਬਹੁਤ ਚੰਗਾ, ਤੂੰ ਪਤਾ ਨਹੀਂ ਕੀ ਚੀਜ਼ ਹੈ, ਮੈਂ ਕਹਿੰਦਾ ਉਹਦੀ ਇੱਕ ਚੰਗਿਆਈ ਦੱਸ ਦੋ ਫੜ ਕੇ ਵੀ ਤੂੰ ਬੋਲਣ ਨੂੰ ਮਰਦਾ ਮੈਂ ਤੂੰ ਵਿਆਹ ਕਰਕੇ ਆਇਆ। ਮੈਂ ਕਹਿੰਦਾ ਬੰਦਾ ਢੁਕਦਾ ਕਰਦਾ ਵੀ ਮੈਂ ਇਹਨੂੰ ਕਿੱਥੇ ਲਿਆ, ਇਹਨੇ ਮੇਰੇ ਪਰਦੇ ਸਾਰੇ ਜਾਣਦਾ। ਦੁਨੀਆ ਉਦੋਂ ਤੱਕ ਤੁਹਾਡੇ ਤੇ ਰੋਹ ਝਾੜਦੀ ਜਦੋਂ ਤੱਕ ਉਹਨੂੰ ਲੱਗਦਾ ਵੀ ਮੈਂ ਸੰਪੂਰਨ ਆ, ਮੇਰੇ ਬਾਰੇ ਕੀ ਜਾਣਦੇ। ਜਿੱਦਣ ਜਾਣਦੇ ਹੋਵੋਗੇ ਖੰਭੂਗਾ ਨਹੀਂ ਕੋਈ। ਮਰਦ ਸੱਚੇ ਪਾਤਸ਼ਾਹ ਕਹਿੰਦੇ ਸੱਜਦੇ ਤੂੰ ਇੱਥੇ ਕਰਦਾ ਹੈ ਖੁਦਾ ਨੂੰ ਅੱਲਾਹ ਨੂੰ, ਮਨ ਕਰਕੇ ਤੂੰ ਕਧਾਰ ਵਿੱਚ ਤੁਰਿਆ ਫਿਰਦਾ ਏ। ਕਰਤ ਖਰੀਦ ਤਰੰਗ ਤੁਰਲ ਮਨ ਤਰ ਲਿਆ, ਕੂਰੇ ਬੀਚ ਮਸੀਤ ਨਿਵੇ ਕਬ ਸਰ ਲਿਆ। ਸੱਚੇ ਪਾਤਸ਼ਾਹ ਨੂੰ ਫੇਰ ਕਹਿੰਦਾ ਮੈਂ ਕਧਾਰ ਕੀ ਕਰਨ ਜਾਣਾ ਹੈ। ਭਾਵੇਂ ਗੱਲ ਨੂੰ ਪਤਾ ਵੀ ਸੱਚੀ ਹੈ, ਉਹ ਫੇਰ ਰੱਖਦਾ ਪਰਦਾ ਵੀ ਇਹਨਾਂ ਨੂੰ ਨਾ ਪਤਾ ਲੱਗੇ। ਮਰਦ ਕਹਿੰਦੇ ਓਏ ਚਲਾਕਾ, ਓਏ ਚੰਚਲਾ, ਓਏ ਮਾੜੀ ਮੱਤ ਵਾਲਿਆ। ਨਵਾਬ ਨੂੰ ਗੁਰੂ ਸਾਹਿਬ ਨੇ ਫਿਰ ਇਦਾਂ ਹੀ ਕਿਹਾ, ਕਹਿੰਦੇ ਕਧਾਰ ਦੀ ਮੰਡੀ 'ਚ ਘੋੜੇ ਖਰੀਦਦਾ ਫਿਰਦਾ ਹੈ, ਕਿੰਨੇ ਕੁ ਖਰੀਦ ਲਿਆ ਖੁਦ ਸਤਨਾਮ, ਕੀ ਰੇਟ ਲਾਇਆ ਹੈ? ਖਰੀਦਾ ਫਰੋਖਤ ਕਰਦਾ ਜਾਂ ਅੱਲਾ ਨੂੰ ਮੱਥੇ ਟੇਕਦਾ? ਚੁੱਪ ਹੋ ਗਿਆ। ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਕਧਾਰ ਗਿਆ ਸੀ? ਆਖੋ ਸਤਨਾਮ। ਭਾਈ ਮਨ ਬੜਾ ਚੰਚਲ ਹੈ, ਮਤ ਸਮਝੋ ਮਨ ਦੀ ਯਾਤਰਾ ਬਹੁਤ ਵੱਡੀ ਹੈ। ਜੇ ਚੰਗੇ ਪਾਸੇ ਚੱਲ ਜੇ ਬੈਠਾ ਸੱਚਖੰਡ ਲੈ ਜਾਂਦਾ, ਜੇ ਮਾੜੇ ਪਾਸੇ ਚੱਲ ਗਏ ਨਾ ਬੈਠਾ ਰੱਬ ਦੇ ਘਰ ਫਿਰਦਾ ਬੇਸਵਾਦੇ ਦੁਆਰੇ ਹੁੰਦਾ। ਮਨ ਦੀ ਵਰਤੀ ਹੈ। ਤੁਸੀਂ ਇੱਥੇ ਬੈਠੇ ਹੋ ਨਾ, ਸੱਚੀ ਸੋਚੋ ਵੀ ਅੱਜ 60 ਮਿੰਟਾਂ ਦੇ ਵਿੱਚ ਤੁਸੀਂ ਘਰ ਕਿੰਨੀ ਵਾਰ ਗਏ? ਕਿੰਨੀ ਵਾਰ ਗਏ ਹੋਵੋਗੇ? ਰਿਸ਼ਤੇਦਾਰਾਂ ਨੂੰ ਕਿੰਨੀ ਵਾਰ ਯਾਦ ਕੀਤਾ ਹੋਣਾ? ਕਿਹਨੂੰ ਚੇਤੇ ਕੀਤਾ? ਇੱਕ ਸੈਕਿੰਡ ਵੀ ਬਹੁਤ ਵੱਡੀ ਚੀਜ਼ ਹੈ। ਨੈਨੋ ਤੋਂ ਮਾਈਕਰੋ ਸੈਕਿੰਡ ਬਿਲਕੁਲ ਥੋੜੇ ਪਲਾਂ 'ਚ ਇਹ ਕਬੂ ਜਿਹੜਾ ਉਹ ਚੜ੍ਹਦਾ ਹੈ, ਕਬੂ ਜਾਏ ਬੈਠਾ ਇੱਥੇ ਆ, ਉਡਾਰੀ ਅਮਰੀਕਾ ਦੀ ਮਾਰੀ ਫਿਰਦਾ, ਪਲਾਂ 'ਚ ਜਾ ਕੇ ਆ ਗਿਆ ਵੀ ਉਹ ਬੰਦਾ ਉੱਥੇ ਆ, ਮੈਨੂੰ ਫੋਨ ਕਰੂਗਾ। ਜਾਇਆ ਹੈ ਨਾ, ਬੈਠੇ ਇੱਥੇ। ਮਰਦ ਕਹਿੰਦੇ ਕਧਾਰ ਗਿਆ ਸੀ, ਕਧਾਰ ਦੀ ਮੰਡੀ 'ਚ ਖੜਾ ਸੀ, ਕਿਉਂਕਿ ਅਰਬੀ ਨਸਲ ਦੇ ਘੋੜੇ ਜ਼ਿਆਦਾਤਰ ਕਧਾਰ ਦੀ ਮੰਡੀ 'ਚ ਵੇਚੇ ਖਰੀਦੇ ਜਾਂਦੇ ਸੀ। ਰਾਜੇ ਮਹਾਰਾਜੇ ਲੈ ਕੇ ਆਉਂਦੇ ਸੀ। ਕੋਈ ਸੌਦਾ ਲਿਆ ਹੋਇਆ ਸੀ ਨਵਾਬ ਦਾ, ਪੜਦਾ ਨਵਾਬ ਖੜਾ ਅੱਲਾ ਦੇ ਘਰ 'ਚ ਤੇ ਖਰੀਦਾ ਘੋੜੇ ਫਿਰਦਾ ਮਨ ਕਰਕੇ। ਮਰਦ ਕਹਿੰਦੇ ਉਹ ਬਸ਼ਰਮਾ ਚੰਚਲ ਮੱਤ ਵਾਲਿਆ, ਤੂੰ ਕਧਾਰ ਤੁਰਿਆ ਫਿਰਦਾ ਹੈ, ਮੈਂ ਦੱਸ ਨਮਾਜ਼ ਕਿਹਦੇ ਨਾਲ ਪੜਾਂ? ਆਖੋ ਸਤਨਾਮ। ਜਦੋਂ ਇਹ ਗੱਲ ਹੋਈ ਨਾ ਕਾਜੀ ਬੋਲ ਪਿਆ, ਕਹਿੰਦਾ ਫਿਰ ਮੇਰੇ ਨਾਲ ਪੜ ਲੈਂਦਾ। ਆ ਮੈਂ ਉਹਦੇ ਬਾਹਰ ਆ ਗਿਆ ਵਿੱਚੋਂ। ਉਹਨੂੰ ਲੱਗਿਆ ਵੀ ਸਾਡੇ ਨਵਾਬ ਦੀ ਬੇਇੱਜ਼ਤੀ ਕਰਦਾ ਹੈ ਕੌਣ ਆ ਇਹ? ਵੀ ਆ ਵੀ ਛੱਡਦੀ ਹੋਈ ਨਵਾਬ ਤੇ ਰਾਜਾ ਹੋ ਗਿਆ, ਸਮਾਂ ਸਮਾਪਤ ਹੋ ਗਿਆ ਜੀ। ਜੋ ਕੁਝ ਵੀ ਹੋਊਗਾ ਇਹ ਪ੍ਰਸੰਗ ਬੜੇ ਗਹਿਰੇ ਨੇ, ਬੜੇ ਸਿੱਖਿਆਦਾਇਕ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿੱਤ ਬੜੀ ਕਿਰਪਾ ਕਰਦੇ ਆ। ਜੁੜ ਕੇ ਆਪਾਂ ਆਪ ਜੁੜੀਏ, ਹੋਰ ਸੰਗਤਾਂ ਨੂੰ ਜੋੜੀਏ, ਆਨੰਦ ਮਾਣਦੇ ਰਹੀਏ। ਵਾਹਿਗੁਰੂ 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 ਵਾਹਿਗੁਰੂ।